ਆਹਾ। ਵਾਹਿਗੁਰੂ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਅਗੰਮ ਅਗੋਚਰ ਸੱਚ, ਸਾਹਿਬ ਮੇਰਾ ਸੱਚ। ਨਾਨਕ ਬੋਲੇ ਬੁਲਾਇਆ ਤੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਨੇ ਤਖਤ ਤੇ ਸੁਭਾਏਮਾਨ ਹੋ ਕੇ ਚੌਂਤੀ ਸੈਕਟਰ 'ਚ ਆਉਣ ਵਾਲੀਆਂ ਸੰਗਤਾਂ ਤੇ ਕੁੱਲ ਮਨੁੱਖਤਾ ਦੇ ਭਲੇ ਲਈ ਪਰਥਾਏ ਸਾਖੀ ਮਹਾਂਪੁਰਖ ਬੋਲਦੇ। ਸਾਖੀ ਮੈਨੇ ਸਿੱਖਿਆ, ਕਿਸੇ ਨੂੰ ਸਿੱਖਿਆ ਦੇਣ ਨੂੰ ਮਹਾਂਪੁਰਸ਼ ਗੁਰੂ ਮਹਾਤਮਾ ਬੋਲਦੇ ਨੇ। ਤੇ ਜਿਹੜਾ ਅੰਮ੍ਰਿਤ ਵੇਲੇ ਅੱਜ ਪਹਿਲਾ ਬੋਲ ਬੋਲਿਆ ਸਰਕਾਰ ਨੇ, ਇਸ ਤੇਰੇ ਭਾਂਡੇ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਕਿਤੇ ਅਹੰਕਾਰ ਨਾ ਕਰੀਂ, ਵੀ ਤੂੰ ਬੜਾ ਸੱਚਾ ਸੁੱਚਾ ਹੈ। ਸੋਹਣੇ ਬੋਲ ਬੋਲ ਕੇ ਆਖਿਆ, ਭਾਂਡਾ ਹੱਛਾ ਸੋਏ ਜੋ ਤਿਸ ਮੀਂਜ। ਫਿਰ ਸਪਸ਼ਟ ਹੋ ਗਿਆ ਵੀ ਤੂੰ ਕਿਤੇ ਇਹ ਨਾ ਜ਼ਿਕਰ ਕਰ ਲਈ ਵੀ ਇਹਦਾ ਰੰਗ ਚਿੱਟਾ ਹੈ, ਇਹ ਚੰਗਾ ਲੱਗਦਾ ਹੋਊ ਰੱਬ ਨੂੰ, ਇਹਦੇ ਦੰਦ ਸੋਹਣੇ ਨੇ, ਚਿੱਟਾ ਲੱਗਦਾ ਹੋਊ। ਆਖੋ ਵਾਹਿਗੁਰੂ। ਝਾਤੀ ਮਰਵਾਈ। ਰਾਤੀ ਵੀ ਕਿਹਾ ਸੀ, ਰਾਤੀ ਵੀ ਬੇਨਤੀ ਕੀਤੀ ਸੀ, ਅੰਦਰ ਆਪਣੇ ਵੇਖ ਕਿੰਨਾ ਮੈਲਾ ਹੈ ਤੂੰ। ਸੱਚੀ ਜਿਨ੍ਹਾਂ ਨੂੰ ਅੰਦਰ ਦਿਸ ਪਿਆ ਨਾ, ਉਹ ਸਾਫ਼ ਵੀ ਕਰਨ ਲੱਗ ਪਏ। ਜਿਨ੍ਹਾਂ ਨੂੰ ਭਾਂਡਾ ਅੰਦਰੋਂ ਗੰਦਾ ਦਿਸ ਪਿਆ, ਭਾਂਡਾ ਅਤ ਮਲੀਨ ਕਹਿਤਾ ਹੈ ਸਰਕਾਰ ਨੇ। ਕਿਹਨੂੰ ਕਿਹਨੂੰ ਪਤਾ ਲੱਗਾ, ਪਰ ਸਾਰਿਆਂ ਨੂੰ ਲੱਗੇ। ਵੇਖੋ, ਕਹਿ ਲੈਣਾ ਹੋਰ ਗੱਲ ਆ, ਵੇਖ ਕੇ ਕਹਿਣਾ ਹੋਰ ਆ। ਕਦੀ ਵੀ ਤੁਸੀਂ ਭਾਂਡਾ ਦੁੱਧ ਲਈ ਅੱਗੇ ਨਹੀਂ ਕਰੋਗੇ ਜੇ ਤੁਹਾਨੂੰ ਪਤਾ ਹੋਵੇ ਵੀ ਭਾਂਡਾ ਮੈਲਾ ਮਲੀਨ ਆ। ਕਿਉਂ ਕਰੋਗੇ ਤੁਸੀਂ? ਇੰਨਾ ਕੁ ਤਾਂ ਬੁੱਧੀ ਗੱਲਾਂ ਕਰਦੀ ਆ ਵੀ ਪਾਉਣਾ ਵਿੱਚ ਦੁੱਧ ਆ। ਆਖੋ ਵਾਹਿਗੁਰੂ। ਦੁੱਧ ਕਹਿ ਲਓ, ਅੰਮ੍ਰਿਤ ਕਹਿ ਲਓ। ਗੁਰਬਾਣੀ 'ਚ ਦੁੱਧ ਨੂੰ ਅੰਮ੍ਰਿਤ ਵੀ ਕਿਹਾ ਅਤੇ ਅੰਮ੍ਰਿਤ ਨਾਮ ਨੂੰ ਵੀ ਕਿਹਾ ਹੈ। ਹੁਣ ਜਿਹੜੇ ਭਾਂਡੇ 'ਚ ਮੈਂ ਨਾਮ ਪਵਾਉਣਾ ਚਾਹੁੰਦਾ ਗੁਰੂ ਕੋਲੋਂ, ਬੋਲੋ ਅੱਗੇ ਕੀ? ਅੱਤ। ਥੋੜ੍ਹਾ ਬਹੁਤਾ ਮੈਲਾ ਹੁੰਦਾ ਤੇ ਚਲੋ ਕਿਤੇ ਦੁੱਧ ਬਚ ਜਾਂਦਾ, ਦੁੱਧ ਤੇ ਪਾਉਂਦੇ ਸਾਰ ਹੀ ਫਟ ਜਾਣਾ ਭਾਈ ਜੀ। ਭਾਂਡਾ ਅੱਤ ਮਲੀਨ। ਜਦੋਂ ਇਹ ਸੁਣੋਗੇ ਹੁਕਮਨਾਮਾ, ਜਦੋਂ ਇਹਦੇ 'ਤੇ ਚੰਗੀ ਤਰ੍ਹਾਂ ਵਿਚਾਰ ਕਰਿਓ ਵੀ ਗੁਰੂ ਸਾਹਿਬ ਕੀ ਕਹਿੰਦੇ। ਤੇ ਹਰ ਮੇਰੀ ਭੈਣ, ਹਰ ਮੇਰਾ ਵੀਰ, ਹਰ ਸੁਣਨ ਵਾਲਾ ਜਗਿਆਸੂ ਜੀਵ ਇਹ ਗੱਲ ਸਮਝੇ ਵੀ ਜਿਹੜੀ ਤੇਰੀ ਸੁਰਤ ਦਾ ਭਾਂਡਾ ਹੈ,
ਆਖੋ ਵਾਹਿਗੁਰੂ। ਸਰੀਰ ਤੇ ਚੰਗਾ ਭਲਾ ਲੱਗ ਰਿਹਾ, ਸੱਚੀ ਮੁੱਚੀ ਤੂੰ ਦਾੜਾ ਵੀ ਧੋ ਕੇ ਆਇਆ, ਕੇਸ ਵੀ ਧੋ ਕੇ ਆਇਆ, ਚਮੜੀ ਧੋ ਕੇ ਆਇਆ। ਇਸ ਘਰ ਵਿੱਚ ਇੱਕ ਭਾਂਡਾ ਪਿਆ, ਸਰੀਰ ਇੱਕ ਘਰ ਆ। ਆਖੋ ਵਾਹਿਗੁਰੂ। ਤੁਸੀਂ ਬਾਹਰ ਜਦੋਂ ਅਰਥ ਵੇਖੋਗੇ ਉਹਦੇ ਵਿੱਚ ਸਰੀਰ ਹੀ ਆਖਿਆ ਹੋਊਗਾ। ਮੈਨੂੰ ਨਹੀਂ ਪਤਾ, ਮੈਂ ਤਾਂ ਕਦੀ ਪੜ੍ਹਿਆ ਨਹੀਂ ਅਰਥ ਕਿਤੇੋਂ। ਆਖੋ ਵਾਹਿਗੁਰੂ। ਤੁਸੀਂ ਵੇਖੋਗੇ ਉੱਥੇ ਸਰੀਰ ਨੂੰ ਕਿਹਾ ਹੋਊ ਵੀ ਸਰੀਰ ਗੰਦਾ ਹੈ। ਸਰੀਰ ਗੰਦਾ ਹੈ ਤੇ ਭਰੀਏ ਹੱਥ ਪੈਰ ਤਨ ਦੇ, ਪਤਾ ਲੱਗ ਰਿਹਾ ਪੁੱਤ? ਉਹ ਸਰੀਰ ਤੇ ਪਾਣੀ ਨਾਲ ਧੁੱਪ ਸਕਦਾ ਹੈ। ਕੱਪੜੇ ਗੰਦੇ ਨੇ ਤੇ ਉਹ ਵੀ ਸਾਬਣ ਨਾਲ ਧੋਤੇ ਜਾ ਸਕਦੇ। ਗੱਲ ਤੇ ਕਿਤੇ ਹੋਰ ਜਾ ਕੇ ਸਰਕਾਰ ਨੇ ਇਸ਼ਾਰਾ ਕੀਤਾ ਹੈ। ਆਖੋ ਵਾਹਿਗੁਰੂ। ਵੈਸੇ ਮੈਂ ਬਹੁਤ ਸਾਰੇ ਦੀਵਾਨਾਂ ਵਿੱਚ ਦੇਖਦਾ ਵੀ ਸਿੱਖ ਨੇ ਅਜੇ ਇੱਥੇ ਬਹਿ ਕੇ ਵੀ ਯਾਤਰਾ ਨਹੀਂ ਕੀਤੀ ਵੀ ਹੱਥ ਪੈਰ ਤਨ ਜਿਹੜਾ ਇਹ ਗੰਦਾ ਹੋ ਜਾਏ ਮਿੱਟੀ ਦੇ ਨਾਲ ਤੇ ਪਾਣੀ ਨਾਲ ਧੁੱਪ ਜਾਂਦਾ। ਯਾਤਰਾ ਨਹੀਂ ਕੀਤੀ, ਪੜ੍ਹਿਆ। ਨਹੀਂ ਪਤਾ ਲੱਗਾ ਮਨਦੀਪ ਸਿੰਘ? ਪੜ੍ਹਿਆ ਹੈ। ਸੁਰਤ ਨੇ ਦਰਸ਼ਨ ਨਹੀਂ ਕੀਤੇ ਵੀ ਗੁਰੂ ਮੇਰਾ ਮੈਨੂੰ ਕੀ ਕਹਿਣਾ ਚਾਹੁੰਦਾ। ਸੱਚਮੁੱਚੀ ਜਿਹੜਾ ਕੱਲ੍ਹ ਵੀ ਕਿਹਾ ਸੀ ਪੜ੍ਹ ਪੜ੍ਹ ਗੱਡੀ ਲੱਧੀਏ, ਅਸੀਂ ਇਸ ਤਰ੍ਹਾਂ ਦੀ ਵੀ ਦੌੜ ਵਿੱਚ ਲੱਗੇ ਹਾਂ। ਪਰ ਤੁਹਾਡੇ 'ਚ ਬਹੁਤੀਆਂ ਰੂਹਾਂ ਮੈਨੂੰ ਦਿਸਦੀਆਂ, ਅੱਗੋਂ ਮੇਰਾ ਕਰਤਾ ਜਾਣੇ, ਅੱਗੋਂ ਮੇਰੇ ਕਰਤੇ ਨੂੰ ਪਤਾ ਹੈ। ਕਈ ਵਾਰ ਜੋ ਦੇਖਦੇ ਆ ਉਹ ਹੁੰਦਾ ਨਹੀਂ। ਬਾਣੀ 'ਚ ਵੀ ਲਿਖਿਆ ਜੋਏ ਜਾਣੋ ਸੋਏ ਨਾ ਹੈ। ਜੋ ਜੋ ਅਸੀਂ ਇੱਕ ਦੂਸਰੇ ਨੂੰ ਮੂੰਹ ਹਿਲਾਉਂਦੇ ਐ ਗੁਰਮੁਖ ਬਣਦੇ ਵੇਖਦੇ ਹਾਂ, ਵਿੱਚੋਂ ਉਹ ਨਹੀਂ ਹੁੰਦੇ। ਜਿਉਂ ਮੈਲੇ ਤੇ ਬਾਹਰੋਂ ਨਿਰਮਲ। ਗੁਰੂ ਅੱਜ ਇਸ਼ਾਰਾ ਕੋਈ ਹੋਰ ਕਰਦਾ ਹੈ। ਗੁਰੂ ਕਹਿੰਦਾ ਤਿੰਨੇ ਸਟੈਪ ਚੜ੍ਹ, ਫਿਰ ਮੈਂ ਤੈਨੂੰ ਉੱਥੇ ਲੈ ਕੇ ਜਾਊਂ ਵੀ ਜਿਹੜੀ ਚੀਜ਼ ਤੇਰੀ ਗੰਦੀ ਆ। ਪਹਿਲੋਂ ਤੇ ਹੱਥ ਪੈਰ ਦੀ ਕਹਾਣੀ ਤੈਨੂੰ ਸੁਣਾਉਣਾ ਵੀ ਜੇ ਗੰਦੀ ਹੋ ਜਾਏ ਭਰੀਏ ਉਹ ਪਾਣੀ ਧੋਤੇ। ਪਤਾ ਲੱਗ ਰਿਹਾ ਪੁੱਤ? ਉਹ ਪਾਣੀ ਧੋਤੇ ਉਤਰ ਜਿਹੜੀ ਮਿੱਟੀ ਲੱਗੀ ਹੈ ਸਰੀਰ 'ਤੇ, ਇਹ ਪਾਣੀ ਨਾਲ ਧੋ ਲਾ, ਲੱਥ ਜਾਂਦੀ। ਆਖੋ ਵਾਹਿਗੁਰੂ। ਹੁਣ ਤੁਸੀਂ 1 ਮਿੰਟ ਦਾ ਇਸ਼ਾਰਾ ਲਓ, ਜਿੰਨੇ ਨਦੀਆਂ 'ਚ ਨਹਾਉਣ ਵਾਲੇ ਨੇ ਸਰੀਰ ਹੀ ਸਾਫ਼ ਕਰਦੇ ਆ। ਨਹੀਂ ਪਤਾ ਲੱਗਾ ਜੀ? ਦ੍ਰਿੜਤਾ ਨਾਲ ਪਤਾ ਲੱਗਿਆ ਵੀ ਨਦੀ ਦਾ ਇਸ਼ਨਾਨ ਤੇ ਸਰੀਰ ਹੀ ਸਾਫ਼ ਕਰਕੇ ਕਹੀ ਜਾਂਦੇ ਵੀ ਸਾਨੂੰ ਮੁਕਤੀ ਮਿਲ ਗਈ। ਆਖੋ ਵਾਹਿਗੁਰੂ। ਪਤਾ ਲੱਗ ਗਿਆ? ਨਦੀ ਵਿੱਚ ਬ੍ਰਹਮ ਗਿਆਨ ਕੋਈ ਨਹੀਂ, ਨਦੀ ਵਿੱਚ ਗਿਆਨ ਦੀ ਕਹਾਣੀ ਕੋਈ ਨਹੀਂ। ਮਗਰ ਜਿਹਦੀ ਦੌੜੀ ਨਦੀ ਤੱਕ ਖਲੋ ਗਈ ਉਹ ਤੁਹਾਡੇ ਨਾਲ ਇਨਸਾਫ ਕਿੱਥੋਂ ਕਰੂ? ਕਿਤੇ ਬਾਬੇ ਨਾਨਕ ਵਾਲੀ ਨਦੀ ਵਿੱਚ ਇਸ਼ਨਾਨ ਕੀਤਾ ਹੁੰਦਾ ਤੇ ਸੱਚਮੁੱਚੀ ਤਖਤ 'ਤੇ ਰਾਜਾ ਬਹਿ ਗਿਆ, ਮਹਾਰਾਜਾ ਰਣਜੀਤ ਸਿੰਘ, ਤੇ ਆਣ ਕੇ ਕੁਰਸੀ 'ਤੇ ਬਹਿੰਦਾ ਸੀ, ਤਖਤ 'ਤੇ ਨਹੀਂ ਸੀ ਬਹਿੰਦਾ। ਆਖੋ ਵਾਹਿਗੁਰੂ। ਇੱਕ ਕੁਰਸੀ 'ਤੇ ਬਹਿੰਦਾ ਸੀ ਤੇ ਉਹਨੂੰ ਪੁੱਛਦੇ ਸੀ ਲੋਕੀ, ਵੇਖੋ ਨਿਰਮਲ ਬੁੱਧੀ ਦੀ ਆਵਾਜ਼ ਵੇਖੋ ਅੰਦਰੋਂ ਕੀ ਨਿਕਲੀ। ਵੀ ਸ਼ੇਰੇ ਪੰਜਾਬ ਤੂੰ ਤਖਤ 'ਤੇ ਨਹੀਂ ਬਹਿੰਦਾ, ਔਰੰਗਜ਼ੇਬ ਤਖਤ 'ਤੇ ਬਹਿੰਦਾ ਰਿਹਾ। ਆਖੋ ਵਾਹਿਗੁਰੂ। ਦੂਸਰੇ ਰਾਜੇ ਤਖਤ 'ਤੇ ਬਹਿੰਦੇ ਰਹੇ, ਤੂੰ ਨਹੀਂ ਬਹਿੰਦਾ। ਕਹਿੰਦੇ ਨਹੀਂ, ਤਖਤ ਦਾ ਤੇ ਇੱਕੋ ਹੀ ਆ ਬਹਿਣ ਵਾਲਾ। ਤਖਤੇ ਰਾਜਾ ਸੋ ਬਹੇ ਜੇ ਤਖਤੇ ਲੈ ਕੋਈ। ਵੇਖੋ ਇਹ ਸੀ ਬਾਣੀ ਦੀ ਦਿੱਤੀ ਨਿਰਮਲ ਬੁੱਧ। ਤਖਤ 'ਤੇ ਹੀ ਮੇਰਾ ਸ਼ਹਿਨਸ਼ਾਹ ਪ੍ਰਕਾਸ਼ਮਾਨ ਹੋਵੇ ਤੇ ਤਖਤ 'ਤੇ ਹੀ ਮੈਂ ਬਾਂ, ਇਹ ਮੈਲੀ ਬੁੱਧੀ ਵਾਲੀ ਗੱਲ ਹੋ ਸਕਦੀ? ਆਖੋ ਵਾਹਿਗੁਰੂ। ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਤੇ ਅੱਗੇ ਕੱਪੜਿਆਂ ਤਾਂ ਤਨ ਤੋਂ ਅੱਗੇ ਉੱਤੇ ਕੀ ਨੇ? ਕੱਪੜੇ। ਹੁਣ ਮੂਤ ਪਲੀਤੀ ਕੱਪੜ ਹੋਏ, ਮੂਤ ਪਲੀਤ ਨਾਲ ਗੰਦੇ ਹੋਏ ਕੱਪੜੇ ਦੇ ਸਾਬੂਨ ਲਈਏ, ਉਹ ਆ ਧੋਂਦੀਆਂ ਹੀ ਆ ਰੋਜ਼। ਆਖੋ ਵਾਹਿਗੁਰੂ। ਤੀਸਰੇ ਥਾਂ 'ਤੇ ਸਰਕਾਰ ਨੇ ਇਸ਼ਾਰਾ ਕੀਤਾ ਹੈ ਵੀ ਭਰੀਏ ਮੱਤ। ਪਾਪਾਂ ਕੇ ਪਾਪਾ ਕੇ ਨਹੀਂ, ਪਾਪਾਂ ਕੇ ਸੰਗ ਉਹ ਧੋਪੇ। ਉਹ ਨਾਮ ਦੇ ਰਾਰੇ ਦੇ ਉੱਤੇ ਟਿੱਪੀ ਤੇ ਗੱਗੇ ਨੂੰ ਸਿਹਾਰੀ ਆ, ਨਾਮ ਦੇ ਨਾਲ ਪਿਆਰ ਕੀਤਿਆਂ, ਜਪਿਆਂ ਨਹੀਂ। ਜਿਹਦੇ ਨਾਲ ਪਿਆਰ ਕਰ ਲਈਏ ਉਹਨੂੰ 24 ਘੰਟੇ ਇਸ ਤਰ੍ਹਾਂ ਨਹੀਂ ਕਹਿੰਦੇ ਮਨਦੀਪ ਸਿੰਘ ਮੈਂ ਤੇਰੇ ਨਾਲ ਪਿਆਰ ਕਰਦਾ। ਪਿਆਰ 'ਚ ਬੋਲ ਬੰਦ ਹੋ ਜਾਂਦੇ। ਆਖੋ ਵਾਹਿਗੁਰੂ। ਨਹੀਂ ਪਤਾ ਲੱਗਾ? ਪਿਆਰ 'ਚ ਬੋਲ। ਰਾਤੀ ਵੀ ਕਿਹਾ ਸੀ, ਕੀ ਭਲਾ ਕਿਹਾ ਸੀ? ਕੋਈ ਦੱਸ ਦਿਓ, ਪਾਸ ਹੋ ਜਾਓ।
नहीं। हाँ ठीक है। प्यार करने वाले बहुतियां गल्लां नहीं करते, एक दूसरे के सामने बहिंदे बस। सचमुच तुसीं अक्सर सच्चे प्रेम करने वाले एक दूसरे नाल बहुतियां गल्लां, गल की करनी। गल्लां तो उत्थे हुंदियां जिथे कोई शक शुबा होवे। हाँ तेरा तू मेरा, बस सामने बह गए, कहता हाँ तेरा, अजे नहीं आख्या गया, सोचां च पए हो। आखो वाहिगुरू। जै बोल जह बोल तै अक्षर आवां, अक्षर आवां। जिथों तक तुसीं बोलोगे, अखरां च बोलोगे, तो वह प्रेम की अथाह नहीं हो सकती। प्रेम की पता लग रहा, जिन्ना प्रेम है वह अखरां विच बंद नहीं किया जा सकता। तिने तां ही लिखिया, जिन्हें लिखे उहदे नाल गल्लां करन नूं अखरां की जरूरत नहीं, उत्थे समर्पित होना पैंदा है। आखो वाहिगुरू। कोई पता लगा तो मैं गांह तुरां। जै बोल तै अक्षर आवां, जै अबोल तै मन ना रहावा। प्रेम च मन की कोई भूमिका ही नहीं। की क्या, थोड़ा बरीक चले गया। प्रेम विच मन की कोई भूमिका नहीं। मन ने तो इन्नियां गल्लां नाल प्रेम किया, रब नाल किस तरह कर लो। मन ने तो पोतरे नाल भी प्यार किया है, मन ने तो धी नाल प्यार भी किया है। पता लग रहा जी। मन ने तो पैसे नाल भी, ते प्यार हुंदा एक नाल। इत्थों पता लगा, जे मन के तल तो प्यार करन दी गल कीती ते मन प्यार नहीं कर सकता। आखो वाहिगुरू। साहब जी कहते तेरी जिहड़ी चेतनता मैली हो गई, वो धोपे रंग रारे ते टिप्पी गग्गे नूं सियारी। स्पैलिंग वेख्या करो। जे ऐस रंग की कहानी होंदी तो रारे ते टिप्पी ते गग्गा रंग, आ जिहड़े दुनियावी रंग आ। इत्थे लिखिया रंग मैंने प्रेम। रब नाल प्रेम कीतिਆਂ तेरी बुद्धि निर्मल होगी, तेरी सुरत निर्मल होगी। तेरे अंदर कुछ आ जिते मिट्टी नहीं पींदी। आखो वाहिगुरू। जिते उच्ची बोलिया करो, फिर तुहानूं पता लगे। जिते जिहदे तक मिट्टी नहीं पहुँचती, सुरत तक मिट्टी नहीं पहुँचती। आखो वाहिगुरू। पता लग रहा जी, थोड़ा बरीक चल गया। अखा मीठ मीठियां भैणां, समझ रहे हो। सुरत तक मिट्टी नहीं जाती। जिथे तेरी सुरत का भांडा छुपिया पिया, जिन्हों गंदा कह रहा, उत्थे तेरी सोच जाती, ते वो सोच तेरी सुरत नूं गंदा करती, मिट्टी नहीं जाती। आखो वाहिगुरू। पता लग गया हुण ते कोई थोड़ा बहुता नहीं। आ पिछे इंद्रजीत सिंह तेरे, जेड़ा 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 तेरा भांडा है सुरत का। आखो वाहिगुरू। जे तू कहे तो मिट्टी ते कण ते जिहड़ा घट्टा है तेरे कपड़ियां तक जाता है। ये पिया होया मिट्टी घट्टा तेरी सुरत तक नहीं पहुँचता। आखो वाहिगुरू। हुण ते लग गया। तेरी सुरत तक की जाते, तेरे विचार, तेरी सोच। असी जे सुरत करके गंदे हाँ तो सोच नाल गंदे हाँ। सोच मेरे शरीर दे विच ते मैनू खुद नूं नहीं पता सुरत कित्थे है, मिट्टी कितना पै जू। उत्थे मिट्टी पई आ विचारां दी। मेरे विचार गंदे हो गए। आखो वाहिगुरू। ते वो गंदे होए विचारां नाल भरी है मत। मत तक ते मेरे विचार गए ने, आ मिट्टी नहीं। ना गारा गया है, ना मूत पलीती का उत्थे कोई सवाल आ। उत्थे ते मेरे विचारां ने मैनू गंदा कीता है। मेरा गुरु अज कहंदा चंगी तरह विचारां करके वेख तू किन्ना गंदा है। मैं ते तेनों कहना, मेरा गुरु कहंदा है। मनदीप सिंह पिछे सरदार जी नूं कहो सुचेतो। मेरा गुरु कहंदा इस तरह कर लो, इस तरह कर लो मेरे वीर, बड़े प्यारे गुरसिखो। आखो वाहिगुरू। फिर बोलो। मेरा गुरु कहंदा मैं तेरे अंदर झाक के वेख्या, बड़ा गंदा भांडा है, बड़ा। मैं अपनी कहानी करदा, मैं तो सच दसदा तुहानूं भी सचमुची इस गोल दे पग दे अंदर, चोले दे अंदर बहुत गंद पिया है। तुसीं भी वेखिओ, तुसीं भी वेखिओ।
ਬਾਹਰ ਦੀ ਕਹਾਣੀ ਨਹੀਂ, ਇਹ ਭਾਂਡੇ ਕਿਸੇ ਦੀ। ਇਹ ਤੇ ਸੁਰਤ ਸੋਚ ਕਰ ਭਾਂਡ ਸਾਲ, ਸੁਰਤ ਵਿੱਚ ਵਸਣਾ ਸ਼ਬਦ ਨੇ। ਹੁਣ ਪਤਾ ਲੱਗਿਆ, ਸੋਚ ਮੈਨੇ ਪਵਿੱਤਰ ਕਰਨਾ। ਆਪਣੀ ਸੁਰਤ ਨੂੰ ਪਵਿੱਤਰ ਕਰ ਤੇ ਉਹਦੇ ਵਿੱਚ ਤਿਸ ਨੂੰ ਰੱਖ। ਨਹੀਂ ਪਤਾ ਲੱਗ ਰਿਹਾ ਜੀ? ਮੈਂ ਬਾਹਰ ਪੁੱਛਣਾ ਹੈ ਜਾ ਕੇ ਆ ਸਿੰਘ ਨੂੰ। ਸੁਰਤ ਦੇ ਭਾਂਡੇ ਨੂੰ ਕਰ ਪਵਿੱਤਰ ਤੇ ਉਹਦੇ ਵਿੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੇ ਤੇ ਟਿਕ ਗਏ ਤੇ ਸਾਬਣ ਟਿਕਾਣੇ ਤੇ ਲੱਗ ਰਿਹਾ। ਗੁਰੂ ਗੁਰੂ ਹੋਰ ਜ਼ੋਰ ਲਾਓ, ਸੁਰਤ ਤੱਕ ਜਾਵੇ ਸ਼ਬਦ, ਫਿਰ ਪਵਿੱਤਰ ਹੋਊਗੀ। ਭੱਜਣ ਨਾ ਦਿਓ ਇਹਨੂੰ, ਵਸਤੂ ਪਾ ਦੂਗਾ ਉਸੇ ਵੇਲੇ। ਗੁਰੂ ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਿਸ਼ਾ ਬੜਾ ਪਿਆਰਾ ਹੈ, ਸੁਚੇਤ ਹੋ। ਕੁਐਸਚਨ ਕਰਨ ਲੱਗਾ ਤੁਹਾਨੂੰ। ਜੇ ਸੁਰਤ ਤੱਕ ਮਿੱਟੀ ਨਹੀਂ ਜਾਂਦੀ, ਪਤਾ ਲੱਗ ਰਿਹਾ ਜੀ? ਸੁਰਤ ਤੱਕ ਹੋਰ ਕੋਈ ਵੀ ਮੈਲ ਉੱਥੇ ਤੱਕ ਨਹੀਂ ਜਾਂਦੀ, ਤੇ ਫਿਰ ਸੁਰਤ ਦਾ ਭਾਂਡਾ ਗੰਦਾ ਕਾਹਦੇ ਨਾਲ ਆ? ਬਸ ਇੱਥੇ ਅਟੈਕ ਕਰੋ, ਸਿੱਧਾ ਅਟੈਕ, ਬੰਬ ਇੱਥੇ ਸੁੱਟੋ। ਦੁਸ਼ਮਣ ਤਾਂ ਜਿੱਤਿਆ ਜਾਂਦਾ ਜੰਗ ਜਿੱਥੇ ਦੁਸ਼ਮਣ ਬੈਠਾ ਹੋਵੇ, ਉੱਥੇ ਬੰਬ ਮਾਰੀਏ। ਪਤਾ ਲੱਗਾ ਕਿੱਥੇ ਬੰਬ ਸੁੱਟੀਏ? ਜਿੱਥੇ ਦੁਸ਼ਮਣ। ਤੇ ਮੇਰਾ ਦੁਸ਼ਮਣ ਬੈਠਾ ਹੈ ਵਿਚਾਰ 'ਚ। ਵਿਚਾਰ ਕੀ ਆ? ਮਨ ਮੈਲ, ਮਨ ਮੈਲਾ, ਮਨ ਮੈਲਾ। ਬੜੀ ਜਗ੍ਹਾ ਤੇ ਮਨ ਮੈਲਾ, ਮਨ ਮੈਲਾ, ਮਨ ਮੈਲਾ। ਮਨ ਕਿਹਨੂੰ ਕਹਿੰਦੇ? ਵਿਚਾਰ ਨੂੰ। ਉੱਚੀ ਬੋਲੋ, ਰਸ ਲਓ। ਪਤਾ ਲੱਗ ਰਿਹਾ? ਮਨ ਦਾ ਅਰਥ ਹੀ ਆ ਵਿਚਾਰਾਂ ਦਾ ਸੰਗ੍ਰਹਿ। ਜਿੱਥੇ ਵਿਚਾਰ ਇਕੱਠੇ ਹੋ ਜਾਂਦੇ ਉਹਨੂੰ ਆਪਾਂ ਕਹਿੰਦੇ ਮਨ। ਤੇ ਮਨ ਨੂੰ ਜੇ ਅਟੈਕ ਕਰਨਾ ਹੈ ਤੇ ਆਪਣੀ ਵਿਚਾਰ ਤੇ ਅਟੈਕ ਕਰੋ ਵੀ ਅੱਜ ਤੋਂ ਮੈਂ ਗੰਦ ਪੱਲੇ ਨਹੀਂ ਬੰਨਣਾ, ਮੈਂ ਫੇਸਬੁੱਕ ਨਹੀਂ ਵੇਖਣੀ, ਬਸ ਮੈਂ ਯੂਟਿਊਬ ਦਾ ਗੰਦ ਨਹੀਂ ਵੇਖਣਾ। ਅੱਜ ਜੋ ਕੁਝ ਮੈਨੂੰ ਤੇ ਨਾਮ ਨਹੀਂ ਆਉਂਦੇ, ਕਿੰਨਾ ਕੁਝ ਹੋ ਰਿਹਾ। ਆਖੋ ਵਾਹਿਗੁਰੂ। ਇਹਦੇ ਤੇ ਅਟੈਕ ਕਰ ਦਿਓ। ਸੱਚੀ ਮੁੱਚੀ ਜਦੋਂ ਗੰਗਾ ਤੁਰੀ ਹੈ ਨਾ ਪਹਾੜਾਂ ਦੇ ਉੱਤੋਂ, ਉੱਥੇ ਦਾ ਪਾਣੀ ਸ਼ੀਸ਼ੇ ਵਰਗਾ ਨਿਰਮਲ ਆ।
ਜਦੋਂ ਤੂੰ ਛੋਟਾ ਜਿਹਾ ਸੈਂ, ਆਖੋ ਵਾਹਿਗੁਰੂ, ਛੋਟਾ ਜਿਹਾ ਭਚੰਗੀ ਸੈਂ, ਤੇਰੀ ਮੈਲ ਨਹੀਂ ਸੀ, ਤੇਰਾ ਮਨ ਜੋਤ ਸਰੂਪ ਸੀ। ਛੋਟਾ ਜਿਹਾ ਬੱਚਾ ਜਿੰਨੇ ਚੁੱਕਿਆ ਉਹਦੇ ਕੋਲ ਚਲੇ ਗਿਆ, ਇਸ ਤਰ੍ਹਾਂ ਹੀ, ਤੇ ਉਹਦੇ ਨਾਲ ਹੀ ਹੱਸਣ ਲੱਗ ਪਿਆ। ਕਿਸੇ ਨੂੰ ਹਸਾਉਣਾ ਆਉਂਦਾ ਸਹੀ ਹੋਵੇ, ਕਿਸੇ ਨੂੰ ਹਸਾਉਣਾ ਆਉਂਦਾ ਬੱਚੇ ਨੂੰ, ਉੱਥੇ ਵੀ ਹੁਣ ਗਹਿਰਾ 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 ਉਤਰਨ ਨੂੰ ਦਿਲ ਕਰਦਾ, ਕੀ ਕਰਾਂ, ਸਮਾਂ ਭੱਜ ਗਿਆ। ਆਖੋ ਵਾਹਿਗੁਰੂ। ਬੱਚਾ ਉਹਦੇ ਹੱਥ ਵਿੱਚ ਰੋਂਦਾ ਜਿਹਦੇ ਹੱਥ ਦੀ ਵੇਵਸ ਚੰਗੀ ਨਹੀਂ। ਤੁਹਾਡੇ ਹੱਥ ਦੀ ਵੇਵਸ ਵਿੱਚ ਪ੍ਰੇਮ ਹੋਵੇ, ਬੱਚੇ ਨੂੰ ਖਬਰ ਚਲੇਗੀ ਮੈਨੂੰ ਕਿਸੇ ਆਪਣੇ ਨੇ ਚੁੱਕ ਲਿਆ, ਕਿਉਂਕਿ ਉਦੋਂ ਆਪਣੇ ਨਾਲ ਹੀ ਜੁੜਿਆ। ਉਹਨੂੰ ਮਾਸੀ, ਚਾਚੀ, ਨਾਨੀ, ਫੁੱਫੀ ਦਾ ਕੋਈ ਪਤਾ ਹੀ ਨਹੀਂ ਅਜੇ। ਕੋਈ ਪਤਾ ਲੱਗ ਰਿਹਾ ਅਜੇ? ਨਾਨੀ, ਮਾਸੀ, ਫੁੱਫੀ ਦਾ ਕੋਈ, ਉਹ ਹੱਥ ਤੋਂ ਵੇਵਸ ਲੈਂਦਾ ਹੈ, ਇਹ ਮੇਰਾ ਕੋਈ ਆਪਣਾ ਹੈ, ਕਿਉਂਕਿ ਚੁੱਕਣ ਵਾਲੇ ਦੇ ਹੱਥ 'ਚ ਪਰਾਇਆਪਨ ਹੈ ਹੀ ਨਹੀਂ। ਉਹ ਚੁੱਕਦਿਆਂ ਹੀ ਚੁੱਪ ਹੋ ਗਿਆ, ਸਗੋਂ ਰੋਂਦਾ ਰੋਂਦਾ ਕੋਈ ਸਾਧੂ ਚੁੱਕ ਲੇ, ਬੱਚਾ ਚੁੱਪ ਹੋ ਜਾਂਦਾ। ਮਨ ਦੇ ਉੱਤੇ ਅਟੈਕ ਕਰੋ, ਵਿਚਾਰ ਪਵਿੱਤਰ ਹੋ ਜਾਣ, ਸੁਰਤ ਆਪੇ ਪਵਿੱਤਰ ਹੋ ਜਾਣੀ। ਆਖੋ ਵਾਹਿਗੁਰੂ। ਤੇ ਵਿਚਾਰਾਂ ਨੂੰ ਸੋਚਦੇ ਮੇਰਾ ਬਾਬਾ ਕਹਿੰਦਾ ਭਾਂਡਾ ਅਤ ਮਲੀਨ। ਪਤਾ ਲੱਗ ਗਿਆ ਨਾ ਅੱਜ ਤੇ ਵੀ ਭਾਂਡਾ ਕਿਹੜਾ? ਚਲੋ ਹੁਣ ਸਰੀਰ ਕਹਿਣ ਡਿਆ ਜੇ ਸਾਰੇ, ਜ਼ੋਰ ਲੱਗਣ ਤੋਂ ਬਾਅਦ ਵੀ ਹਿਰਦਾ ਵੀ ਨਹੀਂ। ਸੁਰਤ, ਸੁਰਤ ਤੇ ਜ਼ੋਰ ਲਾਇਆ ਪੁੱਤ ਸਾਰਾ। ਇੰਨਾ ਵੇਖ ਲਓ ਹੁਣ ਦੱਸ, ਇਹ ਤਾਂ ਕਿਸੇ ਕਹਾਣੀ ਸੁਣਾ ਦਾਂ, ਜਿਹੜੀਆਂ ਪਰੀਆਂ ਦੀਆਂ ਕਹਾਣੀਆਂ ਤੁਸੀਂ ਸੁਣਦੇ ਹੋ ਅਤੇ ਝੂਮਦੇ ਹੋ, ਆਹ ਕਿਆ ਬਾਤ ਆ। ਇਹ ਤਾਂ ਰਸਤਾ ਬਹੁਤ ਬਰੀਕ ਆ, ਗੁਰਬਾਣੀ ਦੀ ਵਿਚਾਰ ਤਾਂ ਬਹੁਤ ਰਸਤਾ ਬਰੀਕ ਆ, ਅਤੇ ਇਹਦੇ ਤੋਂ ਬਿਨਾਂ ਤੁਹਾਡਾ ਅਤੇ ਮੇਰਾ ਭਲਾ ਨਹੀਂ। ਗੁਰਬਾਣੀ ਦੀ ਵਿਚਾਰ ਤੋਂ ਬਿਨਾਂ ਬੰਦਿਆ ਤੇਰਾ ਭਲਾ ਨਹੀਂ। ਕਈ ਜਨਮ ਮੁੜ ਮੁੜ ਕੇ ਆਉਣਾ ਹੈ ਐਸ ਕਸਵੱਟੀ 'ਤੇ ਲੱਗਣ ਨੂੰ। ਜਿੰਨਾ ਚਿਰ ਤੂੰ ਗੁਰਬਾਣੀ ਦੀ ਵਿਚਾਰ ਦਾ ਆਸ਼ਕ ਨਾ ਬਣਿਓ, ਵਾਕਬ ਨਾ ਬਣਿਓ, ਆਖੋ ਵਾਹਿਗੁਰੂ, ਉਹਨਾਂ ਚਿਰ ਤੇ ਸਜਣਾ ਭਲਾ ਨਹੀਂ ਹੋਣਾ। ਮੈਂ ਤੈਨੂੰ ਗੁਰੂ ਦੀ ਬਾਣੀ 'ਚ ਕਹਿੰਦਾ, ਇੱਥੇ ਸ਼ਰਨ ਵਿੱਚ ਕਹਿੰਦਾ, 34 ਸੈਕਟਰ ਵਿੱਚ ਬਹਿ ਕੇ ਬਾਬੇ ਤੇਗ ਬਹਾਦਰ ਦੀ ਗੋਦ 'ਚ ਕਹਿੰਦਾ, ਤੇਰਾ ਭਲਾ ਨਹੀਂ ਹੋਣਾ। ਜਿੰਨੇ ਮਰਜ਼ੀ ਫੇਰੇ ਮਾਰ ਲਾ, ਵਿਚਾਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰ। ਆਖੋ ਵਾਹਿਗੁਰੂ। ਹੁਣੇ ਕੀ ਕਿਹਾ ਵੀ ਭਾਂਡਾ ਕਿਹੜਾ ਹੈ? ਸੁਰਤ ਦਾ। ਆਵਾਜ਼ਾਂ ਕਿੱਥੋਂ ਆਈਆਂ ਫਿਰ? ਕਿੱਥੇ ਸੀ ਸੁਣਨ ਵਾਲਾ? ਖੈਰ, ਭਾਂਡਾ ਅਤ, ਸੁਰਤ ਦਾ ਭਾਂਡਾ ਅੱਤ ਦਾ ਮਲੀਨ ਆ, ਅਤੇ ਇਹਨੂੰ ਜਿੰਨਾ ਮਰਜ਼ੀ ਤੋਂ ਬਾਹਰੋਂ ਧੋ ਲਾ। ਕਿਹਨੂੰ? ਆ ਗੱਲਾਂ ਸੁਣ ਸੁਣ ਕੇ ਇੱਧਰ ਉੱਧਰ ਦੀਆਂ। ਅਸੀਂ ਜੀ ਬੜੇ ਸੁਰਤ ਨਾਲ ਜੁੜਦੇ ਹਾਂ, ਭਾਂਡੇ ਗੰਦੇ ਤੇ ਫੇਰ ਉਹ ਨਹੀਂ ਪਤਾ ਲੱਗਾ। ਵੇਖੋ ਮੇਰਾ ਮੂੰਹ ਰੱਖਣ ਨੂੰ ਸਿਰ ਨਾ ਲਾਇਓ, ਜੇ ਨਹੀਂ ਪਤਾ ਲੱਗਾ ਤਾਂ ਹੱਥ ਖੜਾ ਕਰ ਲਓ। ਧੋਣ ਦੀ ਕੋਸ਼ਿਸ਼ ਕੀਤੀ, ਮਗਰ ਨੰਦ ਲਾਲ ਸਾਹਿਬ ਨੇ ਪਤਾ ਕੀ ਕਿਹਾ? ਨੰਦ ਲਾਲ, ਐਡਾ ਸੋਹਣਾ ਚਿੱਟਾ ਦਾੜਾ, ਐਡੀ ਸੋਹਣੀ ਪੱਗ, ਅਤੇ ਮੈਂ ਤੇ ਤੈਨੂੰ ਲਾਗੇ ਬੁਲਾਇਆ, ਤੇਰੇ ਮੂੰਹ 'ਚ ਤਾਂ ਬੋ ਬੜੀ ਆਈ, ਤੇਰੇ ਮੂੰਹ ਦੇ। ਉਹ ਆਂਦਾ ਜੀ ਕਿਸ ਤਰ੍ਹਾਂ? ਮਹਾਰਾਜ ਦਾਤਨ ਵੀ ਕੀਤੀ, ਸਭ ਕੁਛ ਕੀਤਾ ਹੈ। ਕਹਿੰਦੇ ਮੈਂ ਜਦੋਂ ਤੈਨੂੰ ਪੁੱਛਿਆ ਹੈ ਵੀ ਬੜੀ ਦਾਨਿਸ਼ਮੰਦ ਰੂਹ ਆਈ ਹੈ, ਕੰਮ ਕੀ ਜਾਣਦੇ ਹੋ? ਨੰਦ ਲਾਲ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਕੰਮ ਕੀ ਜਾਣਦੇ ਹੋ? ਬਸ ਬੋਲ ਪਿਆ ਭਾਂਡਾ ਅੰਦਰੋਂ, ਜੋ ਸੁਰਤ 'ਚ ਭਰਿਆ ਸੀ ਉਹ ਬੋਲ ਪਿਆ। ਮੈਂ ਜੀ ਅਰਬੀ ਫਾਰਸੀ ਦਾ ਬਹੁਤ ਵੱਡਾ ਵਿਦਵਾਨ ਹਾਂ। ਮੈਂ ਜੀ ਇਸ ਗੱਲ ਦਾ ਬੜਾ ਧਨੰਤਰ ਵਿਦਵਾਨ ਹਾਂ। ਮੇਰੀ ਤੇ ਧਾਕ ਆ ਸਮਾਜ ਵਿੱਚ ਵੀ ਨੰਦ ਲਾਲ ਜਿੱਡਾ ਕੋਈ ਵਿਦਵਾਨ ਨਹੀਂ। ਅਤੇ ਸਾਹਿਬ ਨੇ ਇਸ ਤਰ੍ਹਾਂ ਕੱਪੜਾ ਮੂੰਹ 'ਤੇ ਰੱਖਿਆ, ਓਹੋ ਰੋਈ ਉਹ ਰੂਹ, ਰੋਂਦਾ ਸਾਡੇ ਲਈ ਵੀ ਹੋਊ, ਰੋਂਦਾ ਮੇਰਾ ਸਾਹਿਬ ਸਾਡੇ ਲਈ ਵੀ ਹੋਊ। ਆਹ ਸੋਹਣਾ ਰੁਮਾਲਾ ਮੈਂ ਲੈ ਕੇ ਆਇਆ ਜੇ, ਇੰਨੇ ਸੋਹਣੇ ਕੱਪੜੇ ਮੈਂ ਪਾ ਕੇ ਆਇਆ ਜੇ ਤੁਹਾਡੇ ਕੋਲ। ਇੱਥੇ ਤਾਂ ਸਜਣਾ ਆਪ ਗਵਾਈਏ, ਆਪਾਂ ਗਵਾ ਕੇ ਸਿਰ ਧਰ, ਤਲੀ ਗਲੀ ਮੇਰੀ ਆਓ ਵਾਲਾ ਰਸਤਾ ਹੈ। ਇੱਥੇ ਤੇ ਬਹੁਤ ਬਰੀਕ ਆ। ਸਾਹਿਬ ਨੇ ਆਖਿਆ ਅੱਛਾ ਬੜੇ ਵਿਦਵਾਨ ਹੋ, ਮਗਰ ਸੱਜਣਾ ਮੈਂ ਤੇਰੇ ਤੋਂ ਮੂੰਹ ਆਏ ਨੂੰ ਤਾਂ ਕਰ ਲਿਆ ਵੀ ਮੂੰਹ ਦੇ ਵਿੱਚੋਂ ਗੰਦੀ ਸਮੈਲ ਬੜੀ ਆਈ। ਸਾਹਿਬ ਜੀ ਇਹ ਗੱਲ ਤੇ ਮੈਨੂੰ ਕਦੀ ਕਿਸੇ ਨੇ ਕਹੀ ਨਹੀਂ।
ਜਿਹੜਾ ਮਿਲਿਆ ਸਾਰੇ ਹੀ ਕਹਿੰਦੇ ਵਾਹ 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 ਭਾਈ ਸਾਹਿਬ ਵਾਹ। ਔਰੰਗਜ਼ੇਬ ਵਰਗੀ ਆਤਮਾ ਵੀ ਮੰਨ ਗਈ ਸੀ ਵੀ ਇਹ ਵਿਦਵਾਨ ਆ, ਤੇ ਮੇਰੇ ਕੋਲੋਂ ਡਰ ਗਈ ਸੀ ਵੀ ਇਹ ਬੰਦਾ ਤੇ ਰੋ ਪਿਆ ਸੀ ਅੱਗੇ। ਅਸੀਂ ਨਹੀਂ ਰੋਏ, ਨਾ ਅਸੀਂ ਕਦੀ ਸਵਾਲ ਕੀਤੇ, ਨਾ ਇਹਦੇ ਨਾਲ ਕਦੀ ਗੱਲਾਂ ਕੀਤੀਆਂ। ਸਾਹਿਬਾ ਦੱਸ ਤੇ ਸਹੀ, ਆ ਸਾਨੂੰ ਤੇ ਸਾਰਿਆਂ ਨੂੰ ਕਿਹਾ ਭਾਂਡਾ ਆਤਮਲੀਨ, ਉੱਥੇ ਤੇ ਨੰਦ ਲਾਲ ਇਕੱਲੇ ਨੂੰ ਕਿਹਾ ਸੀ, ਸਾਡੇ ਸਾਰਿਆਂ ਨੂੰ ਕਿਹਾ ਵੀ ਬੜੇ ਬੜੇ ਸੋਹਣੇ ਕੱਪੜੇ ਪਾ ਕੇ ਆਉਣ ਵਾਲੇ ਹੋ, ਗੋਲ ਪੱਗ ਬੰਨ੍ਹ ਕੇ ਇੱਥੇ ਸਟੇਜ 'ਤੇ ਕਥਾ ਕਰਨ ਵਾਲੇ ਆ, ਭਾਂਡਾ ਅੱਤ ਇਹ ਤਾਂ ਬੜਾ ਗੰਦਾ ਹੈ, ਕਦੀ ਵੇਖਿਆ ਹੀ ਨਹੀਂ ਤੂੰ। ਉੱਥੇ ਵੇਖਣ ਵਾਲੇ ਨੇ ਵੇਖ ਕੇ ਕਿਹਾ ਬੜਾ ਗੰਦਾ, ਇੰਨੀ ਬਰੀਕੀ ਕੌਣ ਫੜੇ ਵੀ ਤੂੰ ਜਦੋਂ ਮੈਂ ਕੀਤਾ ਨਾ, ਮੈਂ ਵਿਦਵਾਨ, ਇਹ ਤੇ ਹਉਮੈ ਦੀ ਬਦਬੂ ਆ ਰਹੀ। ਤੇ ਫਿਰ ਉਹਨੇ ਹੱਥ ਜੋੜ ਕੇ ਪੁੱਛਿਆ, ਸ਼ਾਬਾਸ਼, ਹੱਥ ਜੋੜ ਕੇ ਪੁੱਛਿਆ, ਬਾਬਾ ਦੱਸ ਫਿਰ ਧੁਵੂ ਕਿੱਥੋਂ, ਇੰਨਾ ਗੰਦਾ ਭਾਂਡਾ ਸ਼ੁੱਧ ਕੌਣ ਕਰੂ? ਤੇ ਸਾਹਿਬ ਕਿਹਾ ਗੁਰੂ ਦੁਆਰੇ ਹੋਏ, ਇੱਥੇ ਹੀ ਧੁਪਣਾ ਹੀ। ਵਾਹਿਗੁਰੂ 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 ਵਾਹਿਗੁਰੂ। ਸਾਬਣ ਘੁੱਟ ਕੇ ਲਾਓ, ਸੁਰਤ ਤੇ ਸੁਰਤ ਵਿੱਚ ਸ਼ਬਦ ਲਿਆਓ, 1 ਮਿੰਟ 'ਚ ਪਵਿੱਤਰ ਕਰ ਦਿਓ। ਵਾਹਿਗੁਰੂ ਵਾਹ ਗੁਰੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਤਾ ਲੱਗ ਗਿਆ ਜੀ, ਗੁਰੂ ਦੁਆਰੇ ਸੋਝੀ ਤੇ ਇੱਥੋਂ ਹੀ ਮਿਲਣੀ। ਇਹ ਵੀ ਕਿਹਾ ਏਤ ਦੁਆਰੇ ਧੋਏ, ਇੱਥੇ ਹੀ ਧੋਏ। ਹੋਰ ਤੇ ਪਤਾ ਲੱਗ ਗਿਆ ਵੀ ਹੋਰ ਕਿਤੇੋਂ, ਬੋਲੋ ਹੋਰ ਕਿਤੋਂ ਨਹੀਂ ਧੁਪਣਾ। ਇਹ ਤੇ ਗੱਲ ਜਵਾਬ ਮਿਲ ਗਿਆ ਨਾ। ਅੱਜ ਤੋਂ ਟਰਾਈ ਵੀ ਨਾ ਕਰਿਓ, ਸਮਾਂ ਨਾ ਬਰਬਾਦ ਕਰਿਓ, ਕਿਤੇ ਉਹ ਨਾ ਹੋਵੇ ਜ਼ਿੰਦਗੀ ਦਾ ਪੀਰੀਅਡ ਸਾਰਾ ਹੀ ਘੁੰਮ ਜਾਏ, ਬੀਤ ਜਾਏ ਜਨਮਾਂ ਕਾਜ ਰੇ। ਇੱਥੇ ਲਿਆ ਕੇ ਰੱਖ ਦੇ, ਜਦੋਂ ਤੇਰੇ ਬਾਬੇ ਨੇ ਕਹਿਤਾ ਵੀ ਇੱਥੇ ਹੀ ਧੁਪਣਾ। ਆਖੋ ਵਾਹਿਗੁਰੂ। ਇਤ ਦੁਆਰੇ ਧੋਏ ਹੱਛਾ ਹੋਏ ਸੀ। ਕਹਿੰਦੇ ਅਸੀਂ ਤਾਂ ਸਾਰੇ ਪਵਿੱਤਰ ਹੀ ਬਣ ਕੇ ਬੈਠੇ ਸਾਂ। ਕਹਿੰਦੇ ਨਹੀਂ, ਮੈਲੇ ਦਾ ਤੇ ਹੱਛੇ ਦਾ ਵਿਚਾਰ ਤਾਂ ਉਹਨੇ ਆਪ ਕਰਨਾ ਹੈ, ਜਿਹਨੂੰ ਪਤਾ ਹੈ, ਜਿਹੜਾ ਅੱਖਾਂ ਵਾਲਾ ਹੈ, ਕਿਹੜਾ ਮੈਲਾ ਹੈ ਤੇ ਕਿਹੜਾ ਪਵਿੱਤਰ ਹੈ। ਕੋਈ ਪਤਾ ਲੱਗ ਰਿਹਾ ਜੀ? ਅੱਗੇ ਸ਼ਬਦ ਪੜ੍ਹੋ, ਮੈਲੇ ਹੱਛੇ ਕਾ ਵਿਚਾਰ। ਉਹ ਆਪ ਸੀ ਨਾ, ਕੌਣ? ਗੁਰੂ ਗੋਬਿੰਦ ਸਿੰਘ ਸਾਹਿਬ। ਉਹਨੇ ਤਾਂ ਹੀ ਭਾਂਡਾ ਚੈੱਕ ਕਰ ਲਿਆ ਨਾ, ਹੋਰ ਤਾਂ ਕਿਸੇ ਨੇ ਸਾਰੇ ਆਖਿਆ ਬੱਲੇ 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 ਬੱਲੇ, ਨੰਦ ਲਾਲ ਤੇਰੇ ਵਰਗਾ ਤੇ ਕੋਈ ਵੀ ਨਹੀਂ। ਆਪ ਹੀ ਸੀ ਨਾ ਉਹ। ਕੌਣ? ਗੁਰੂ ਗੋਬਿੰਦ ਸਿੰਘ ਸਾਹਿਬ। ਉਹਦੀਆਂ ਅੱਖਾਂ ਨੇ ਪੜ੍ਹ ਲਿਆ ਹੋਏ। ਅਸੀਂ ਤਾਂ ਵੇਖਿਆ ਚਿੱਟਾ ਦਾੜਾ, ਨਿਰਮਲ ਦਾੜਾ, ਚਿੱਟੀ ਪੱਗ, ਬੱਲੇ 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 ਬਾਬਾ ਵਿਦਵਾਨ ਆ ਬੜਾ, ਨੰਦ ਲਾਲ। ਜਿਹਨੂੰ ਪਤਾ ਸੀ ਇਹ ਮੈਲਾ ਹੈ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ, ਆਪ ਹੀ ਦ੍ਰਿਸ਼ਟੀ ਪਾ ਕੇ ਵੇਖਿਆ ਹੋਏ ਭਾਈ ਸਾਹਿਬ ਜੀ। ਤੇ ਪਿਆਰ ਸੀ ਨੰਦ ਲਾਲ ਨਾਲ ਗੁਰੂ ਗੋਬਿੰਦ ਸਿੰਘ ਦਾ। ਐਡਾ ਵਿਦਵਾਨ ਕਿਤੇ ਡੁੱਬ ਨਾ ਜਾਵੇ। ਤੁਹਾਨੂੰ ਕੋਈ ਨਹੀਂ ਕਹੂਗਾ ਤੁਸੀਂ ਮੈਲੇ ਹੋ, ਮੈਨੂੰ ਕੋਈ ਨਹੀਂ ਕਹੂਗਾ ਤੂੰ ਮੈਲਾ ਹੈ। ਮੇਰਾ ਗੁਰੂ ਕਹੂ, ਮੇਰਾ ਗੁਰੂ ਕਹੂ, ਭੁੱਲਣ ਅੰਦਰ ਮੇਰਾ ਗੁਰੂ ਕਹੂ, ਪੁੱਤ ਤੂੰ ਵੀ ਇਹਨਾਂ ਦੇ ਵਿੱਚ ਹੀ ਆ। ਪਤਾ ਲੱਗ ਰਿਹਾ ਜੀ ਗੁਰੂ ਕੇ ਸਿੱਖੋ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ, ਮਤ ਕੋ ਜਾਣੇ ਜਾਏ ਅੱਗੇ ਪਾਏ ਸੀ। ਮੈਲੇ ਤੇ ਹੱਛੇ ਦਾ ਵਿਚਾਰ, ਰਿਜ਼ਲਟ ਅੱਗੇ ਨਹੀਂ ਹੋਣਾ, ਇੱਥੇ ਹੀ ਆ ਜਿਹੜਾ ਰਿਜ਼ਲਟ ਹੈ ਨਾ। ਮੈਲੇ ਤੇ ਮੈਲੇ ਨਾਲ ਕੀ ਹੁੰਦਾ ਹੈ ਜੀ, ਅੱਛੇ ਨਾਲ ਕੀ ਹੁੰਦਾ ਹੈ? ਆਖੋ ਵਾਹਿਗੁਰੂ। ਚੱਲਿਆ ਪਤ ਸਿਉ ਜਨਮ ਸਵਾਰ ਵੱਜ। ਇਹ ਹੱਛਾ ਹੈ, ਜਿਹੜਾ ਹੱਛਾ ਭਾਂਡਾ ਹੈ ਨਾ, ਜਿਹਨੂੰ ਮੈਲ ਨਹੀਂ ਲੱਗੀ, ਉਹ ਜਦੋਂ ਸੰਸਾਰ ਤੋਂ ਜਾਂਦਾ ਹੈ, ਚੱਲਿਆ ਪਤ ਸਿਉ ਜਨਮ ਸਵਾਰ ਵਾਜਾ
ਵਾਜੇ ਵੱਜਦੇ ਨੇ ਚੰਗੇ ਦੇ। ਤੇ ਜਿਹੜੇ ਇੱਥੇ ਦੂਸਰੇ ਦੀ ਗੱਲ ਮਤ ਕੋ ਜਾਣੇ ਜਾਏ, ਇੱਥੇ ਹੀ ਪਾਉਂਦਾ ਹੈ ਸਭ ਕੁਝ ਬੰਦਾ। ਆਖੋ ਵਾਹਿਗੁਰੂ। ਜੋ ਮੈਂ ਸ਼ਾਬਾਸ਼, ਕੋਈ ਗੱਲ ਨਹੀਂ। ਜੋ ਮੈਲੇ ਦੀ ਜਿਉਂ ਮੈਲੇ ਜਿਹੜਾ ਤੇ ਤਿੰਨੀ ਜਨਮ ਜੂਏ, ਇੱਥੇ ਹੀ ਰਿਜ਼ਲਟ ਮਿਲ ਜਾਂਦਾ ਹੈ। ਇਹ ਨਾ ਜਾਣਾ ਅੱਗੇ ਜਾ ਕੇ ਮਤ ਕੋ ਜਾਣੇ ਜਾਏ, ਇੱਥੇ ਹੀ ਮਿਲਣਾ ਸਭ ਕੁਝ। ਇੱਥੇ ਹੀ ਤੇਰੇ ਕੰਨ ਪੁੱਟਣੇ ਨੇ ਕੁਦਰਤ ਨੇ। ਕੁਦਰਤ ਦੇ ਵਿਪਰੀਤ ਜਾਣ ਵਾਲਿਆ, ਇੱਕ ਰਸਤੇ ਤੋਂ ਉਤਰ ਕੇ ਬੰਦਾ ਜਿਹੜਾ ਜਾਂਦਾ ਹੈ, ਠੇਡੇ ਵੀ ਉਹਨੂੰ ਹੀ ਲੱਗਦੇ, ਦੂਸਰੇ ਨੂੰ ਨਹੀਂ ਲੱਗਦੇ। ਤੂੰ ਕਹੇ ਵੀ ਠੇਡੇ ਤੁਰਿਆ ਮੈਂ ਗਲਤ ਹਾਂ ਤੇ ਸਜ਼ਾ ਕਿਸੇ ਨੂੰ ਮਿਲੇ, ਇਸ ਤਰ੍ਹਾਂ ਨਹੀਂ। ਇਹ ਬਾਬੇ ਤੈਨੂੰ ਦਿਲਾਸਾ ਦੇ ਸਕਦੇ, ਇਹ ਗਿਆਨੀ ਤੈਨੂੰ ਦਿਲਾਸਾ, ਗੁਰੂ ਸ਼ਬਦ ਨਹੀਂ ਦੇ ਸਕਦਾ। ਗੁਰੂ ਸ਼ਬਦ ਸੱਚਾ ਗੁਰੂ ਆ। ਕਹਿੰਦਾ ਨਾ ਵੀ ਇਹ ਨਾ ਜਾਣੀ ਵੀ ਕਿਤੇ ਅੱਗੇ ਸਜ਼ਾ ਮਿਲਣੀ, ਸਜ਼ਾ ਇੱਥੇ ਮਿਲਣੀ। ਜਵੇਹ ਕਰਮ ਕਮਾਮ ਦੇ, ਬੋਲੋ ਤਵੇਹ ਫਲ ਤੇ, ਤਵੇਹ ਚੱਬੇ ਤੱਤਾ ਲੋਹ ਸਾਰ। ਚੱਬੇ ਲੋਹੇ ਦੇ ਨਿੱਕੇ ਨਿੱਕੇ ਪੀਸ ਤੱਤੇ ਤੇ ਮੂੰਹ 'ਚ ਸੁੱਟ ਲਵੇ ਬੰਦਾ ਤੇ ਆਖੇ ਨਾ ਜੀ ਇਹ ਤੇ ਅੱਗੇ ਜਾ ਕੇ ਰਿਜ਼ਲਟ ਉਸੇ ਵੇਲੇ ਹੀ ਵਿੱਚ ਸੰਗੇ ਪਲਤੇ, ਸੰਗ 'ਚ ਹੀ ਫਸਣੇ। ਜਦੋਂ ਤੂੰ ਸੁੱਟੇ ਨੇ ਤੱਤੇ ਲੋਹੇ ਦੇ ਪੀਸ ਅੰਦਰ, ਆਖੋ ਵਾਹਿਗੁਰੂ, ਤੇ ਉਹਨਾਂ ਨੂੰ ਚਿੱਥਣ ਲੱਗ ਪਿਆ ਹੈ। ਕਿਹਨਾਂ ਨੂੰ? ਲੋਹੇ ਦੇ ਪੀਸਾਂ ਨੂੰ। ਤੇ ਉਹ ਵੀ ਤੱਤੇ ਗਰਮ, ਤੇ ਸੰਗ ਕਿਸੇ ਦੇ 'ਚ ਥੋੜ੍ਹੇ ਫਸਣੇ ਨੇ, ਤੇਰੇ 'ਚ ਹੀ ਫਸਣੇ। ਚੱਬੇ ਤੱਤਾ ਲੋਹ ਸਾਰ ਵਿੱਚ ਸੰਗੇ ਪਲਤੇ, ਜਿਹੇ ਕਰਮ ਕਮਾਏ ਤੇ ਹਾ ਹੋਏ ਸੀ। ਸਜਣਾ ਸੁਣ ਲਾ ਬਾਬੇ ਨਾਨਕ ਤੋਂ, ਜਿਹੋ ਜਿਹੇ ਕਰਮ ਕਰੇਗਾ। ਸਰਪ੍ਰੀਤ ਸਿੰਘ ਭੱਜ ਗਿਆ ਹੈ, ਆਹ ਭੈਣ ਵੀ ਭੱਜ ਗਈ ਖੰਡੇ ਵਾਲੀ। ਅੱਜ ਮੇਰੀ ਧੀ ਬੜੀ ਪਿਆਰੀ ਆ, ਉਦਣ ਦੀ ਆਈ ਨਹੀਂ ਸੀ। ਮੈਂ ਦੇਖ ਰਿਹਾ, ਮੈਂ ਕਿਹਾ ਚਲੋ ਠੀਕ ਆ। ਆਖੋ ਵਾਹਿਗੁਰੂ। ਕਿਤੇ ਜਿਹੜੇ ਹਾਜ਼ਰ ਨੇ ਨਾ, ਹਾਜ਼ਰ ਰੂਹਾਂ ਬੜਾ ਨਵਾਜਦਾ ਹੈ, ਬੜਾ ਨਵਾਜਦਾ। ਹਾਜ਼ਰਾਂ ਕੋ ਮਿਹਰ ਹੈ, ਬੋਲੋ ਭਲਾ। ਜਿਹੜੇ ਹਾਜ਼ਰ ਹੁੰਦੇ ਆ ਨਾ, ਮਿਹਰਾਂ ਨਾਲ ਉਹਨਾਂ ਦੀਆਂ ਝੋਲੀਆਂ ਭਰ ਦਿੰਦਾ। ਹਾਜ਼ਰ ਰਹਿਣਾ ਔਖਾ ਬੜਾ ਹੈ। ਤਾਂ ਹੀ ਤਾਂ ਕਹਿੰਦੇ ਆਖਣ ਔਖਾ, ਐਵੇਂ ਥੋੜ੍ਹਾ ਹੈ ਔਖਾ। ਕਿਉਂ ਲਿਖਿਆ ਔਖਾ? ਸਾਰੇ ਤਾਂ ਕਹੀ ਜਾਂਦੇ ਵਾਹਿਗੁਰੂ ਵਾਹਿਗੁਰੂ, ਇਹਦੇ 'ਚ ਕੀ ਔਖਾ ਹੈ? ਹਾਜ਼ਰ ਹੋ ਕੇ ਵਾਹਿਗੁਰੂ ਕਹਿਣਾ ਬੜਾ ਔਖਾ ਹੈ। ਆਖੋ ਵਾਹਿਗੁਰੂ। ਜਿਹੇ ਕਰਮ ਕਮਾਏ ਤੇ ਹੋਏ ਸੀ। ਆਖਿਆ ਮਹਾਰਾਜ ਇਹ ਨਾਮ ਵੰਡਦਾ ਕੌਣ ਆ? ਜਿਹੜਾ ਭਾਂਡਾ ਸ਼ੁੱਧ ਕਰਦਾ। ਅੰਮ੍ਰਿਤ ਹਰ ਕਾ ਨਾਮ ਆਪ ਵਰਤਾਏ ਸੀ। ਤੇ ਜਿਹਨੂੰ ਇਹ ਮਿਲ ਗਿਆ ਚੱਲਿਆ ਪਤ ਸਿਓ ਜਨਮ ਸਵਾਰ। ਵਾਜਾ ਵਾਏ ਸੀ। ਪਤ ਨਾਲ, ਇੱਜ਼ਤ ਨਾਲ ਪਰਮੇਸ਼ਵਰ ਦੇ ਘਰ ਵਿੱਚ ਅਭੇਦ ਹੋ ਗਿਆ। ਮਾ ਚੱਲਿਆ ਪਤ ਸਿਓ ਜਨਮ ਸਵਾਰ। ਵਾਜਾ ਵਾਏ ਸੀ। ਉਹ ਵਾਜਾ ਕਿਹਨੂੰ ਕਿਹਨੂੰ ਸੁਣਦਾ ਜੀ? ਮਾਨਸ ਕਿਆ ਵਿਚਾਰਾ। ਲੋਕਾਂ ਨੂੰ ਨਹੀਂ ਸੁਣਦਾ, ਇਕੱਲਿਆਂ ਨੂੰ। ਤੇ ਉਹ ਲੋਕ, ਬੋਲੋ, ਤਿੰਨਾਂ ਲੋਕਾਂ ਵਿੱਚ ਉਹ ਵਾਜਾ ਸੁਣਦਾ ਹੈ। ਜਿੱਦਣ ਕੋਈ ਜੀਵ ਆਤਮਾ ਨਾਮ ਜਪਣ ਵਾਲੀ ਗੁਰਮੁਖ ਰੂਹ ਬਾਬਾ ਬੁੱਢਾ ਸਾਹਿਬ ਵਰਗੀ ਜਾਂਦੀ ਹੈ ਨਾ, ਆਖੋ ਵਾਹਿਗੁਰੂ। ਤੇ ਬਾਬਾ ਬੁੱਢਾ ਸਾਹਿਬ ਜਿਹਨੇ 6 ਮਹੀਲਾਂ ਤੱਕ ਦਰਸ ਨਿਹਾਰੀ, ਬੋਲੋ, 6 ਗੁਰੂਆਂ ਦੇ ਦੀਦਾਰ ਕੀਤੇ ਤੇ ਦੀਦਾਰ ਹੀ ਨਹੀਂ ਕੀਤੇ, ਨਾਲ ਵੀ ਰਿਹਾ। ਕਿੱਡਾ ਭਾਗਾਂ ਵਾਲਾ ਹੋਊਗਾ। ਆਖੋ ਵਾਹਿਗੁਰੂ। ਤੁਸੀਂ ਕਦੀ ਰਹੇ ਹੋ 6 ਦੇ ਨਾਲ? ਹਾਂਜੀ। ਤੂੰ ਕਹੇ ਮੈਂ 10 ਦੇ ਨਾਲ ਰਹਿਣਾ, ਤੂੰ ਕਹੇ ਉਹਨਾਂ ਨੇ ਤੇ 6 ਤੱਕ ਦੀਦਾਰ ਕੀਤੇ, ਮੇਰੀਆਂ ਅੱਖਾਂ ਹੀ ਨਹੀਂ ਖੁੱਲੀਆਂ। ਵੈਸੇ ਮੈਂ, ਬੋਲੋ, ਮੈਂ ਤੇ 10 ਨਾਲ ਰਹਿਣਾ, ਮੇਰੀ ਅੱਖ ਨਹੀਂ ਖੁੱਲੀ ਜਿਹੜੀ ਬਾਬਾ ਬੁੱਢਾ ਸਾਹਿਬ ਦੀ ਖੁੱਲੀ ਸੀ। ਬਸ ਹੀ ਨਹੀਂ ਕਹਾਣੀ। ਚੱਲਿਆ ਪਤ ਸਿਓ ਜਨਮ ਸਵਾਰ। ਵਾਜਾ ਵਾਏ ਸੀ। ਮਾਨਸ ਕਿਆ ਵਿਚਾਰਾ। ਤੇ ਉਹ ਲੋਕ ਨਾਨਕ ਆਪ ਨਿਹਾਲ। ਜਿਹਨੇ ਨਾਮ ਜਪਿਆ, ਭਾਂਡਾ ਸ਼ੁੱਧ ਕਰਕੇ ਗਿਆ, ਸਭ ਕੁਲ ਤਾਰ ਸੀ। ਸਭ ਕੁਲ
ਸਾਰੀ ਕੁਲ ਨੂੰ ਤਾਰ ਲੈਂਦਾ ਹੈ। ਜਿਹਦੇ ਇਹ ਵਾਜੇ ਵੱਜ ਗਏ, ਵਾਹਿਗੁਰੂ ਵਾਹਿ ਗੁਰੂ ਵਾਹਿਗੁਰੂ 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 ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸ਼ਬਦ ਦੀ ਵਿਚਾਰ ਤਾਂ ਕਰਨੀ ਸੀ, ਨਹੀਂ ਛੋਡੂ ਰੇ ਬਾਬਾ। ਸ਼ਬਦ ਵੱਡਾ ਹੈ, ਸਮਾਂ ਥੋੜ੍ਹਾ ਰਹਿ ਗਿਆ। ਰਾਤ ਨੂੰ ਸਾਚਾ ਧੰਨ ਇਹਦੀ ਵਿਚਾਰ ਕਰਾਂਗੇ, ਨਹੀਂ ਛੋਡੂ ਰੇ ਬਾਬਾ। ਹੁਣ ਜਿਹੜਾ ਸ਼ਬਦ ਹੈ ਇਹ ਬਸੰਤ ਰਾਗ ਦਾ ਹੀ ਹੈ। ਉਸ ਦਿਨ ਦੇ ਜਿੰਨੇ ਗੁਰੂ ਨੇ ਕਿਰਪਾ ਕਰਕੇ ਆਪਾਂ ਸ਼ਬਦ ਵਿਚਾਰੇ ਨੇ, ਕਿਹੜੇ ਰਾਗ ਦੇ ਵਿੱਚ? ਇੱਛਾ ਮੇਰੀ ਇਹ ਸੀ ਵੀ ਮੇਰੀ ਇੱਕ ਇੱਕ ਭੈਣ ਨੂੰ, ਮੇਰੇ ਵੀਰ ਨੂੰ ਚੇਤਾ ਤੇ ਆਵੇ। ਰੁੱਤ ਕਿਹੜੀ? ਬਸੰਤ ਦੀ ਰੁੱਤ ਚੜ੍ਹ ਗਈ। ਫਿਰ ਜੇ ਚੇਤਾ ਆਊਗਾ ਤਾਂ ਕਿਤੇ ਪਾਰਕ ਕੋਲ ਗੱਡੀ ਖਿਲਾਰ ਕੇ ਵੀ ਖਲੋਊਗਾ, ਚੇਂਜਿੰਗ ਵੇਖੂਗਾ। ਫਿਰ ਆਪਣੇ ਆਪ ਨੂੰ ਚੇਤਾ ਕਰੂਗਾ, ਇੱਥੇ ਸਭ ਕੁਝ ਬਦਲ ਗਿਆ, ਇੱਥੇ ਕੁਝ ਵੀ ਨਹੀਂ ਬਦਲਿਆ। ਤਾਂ ਰਿਮਾਈਂਡ ਕਰਾਉਣ ਨੂੰ ਉਦੋਂ ਦਾ ਬਾਰ ਬਾਰ ਬਸੰਤ 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 ਇਹ ਸ਼ਬਦ ਕੰਨਾਂ 'ਚ ਪਵਾਏ ਨੇ ਗੁਰੂ ਸਾਹਿਬ ਨੇ ਵੀ ਬੰਦਿਆ ਚੇਤਾ ਕਰ, ਰੁੱਤ ਆ ਗਈ। ਬਸੰਤ ਰੁੱਤ ਆਈ, ਚੇਤਾ ਕਰ। ਇੰਨਾ ਕਰਨ ਨਾਲ ਵੀ ਸੱਚਮੁੱਚ ਤੂੰ ਕਿਸੇ ਦਰਖਤ ਨੂੰ ਵੇਖੇ ਤਾਂ ਬੜੀ ਗੌਰ ਨਾਲ ਵੇਖੇਗਾ। ਨਹੀਂ, ਇੱਕ ਰੁੱਖ ਨੂੰ ਵੀ ਦੇਖੇਗਾ ਨਾ ਤੇ ਬੜੀ ਕੁਛ ਲੱਭੇਗਾ ਉਹਦੇ ਵਿੱਚੋਂ। ਜਦੋਂ ਦਰਖਤ ਨੂੰ ਲੱਭਦਾ ਲੱਭਦਾ ਫਿਰ ਇੱਥੇ ਵੀ ਵੇਖੇਗਾ, ਇੱਥੋਂ ਵੀ ਕੁਝ ਲੱਭੇਗਾ। ਕੋਈ ਚੇਂਜ ਆਈ? ਕਿੰਨੇ ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਦੀ ਹਾਂ, ਕੋਈ ਚੇਂਜ ਆਈ? ਕੋਈ ਨਵਾਂ ਪੱਤਾ ਨਿਕਲਿਆ? ਨਿੰਦਕ 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 ਜੰਮੀ ਸਾਂ, ਹਉਮੈ ਵਿੱਚ ਜੰਮੀ ਸਾਂ। ਹਉਮੈ ਹੀ ਅੱਜ ਨੱਕੋ ਨੱਕ ਭਰੀ ਆ ਤੇ ਹਉਮੈ ਨਾਲ ਹੀ ਮੈਂ ਮਰ ਜਾਣਾ। ਕੋਈ ਚੇਂਜ ਤਾਂ ਆਈ ਨਹੀਂ। ਚਾਹੀਦਾ ਸੀ ਵੀ ਬਸੰਤ ਬਸੰਤ ਦਾ ਉਦਣ ਦਾ ਨਾਦ ਮੇਰੇ ਕੰਨਾਂ 'ਚ ਪੈਂਦਾ ਤੇ ਮੈਂ ਵੀ ਕਹਿੰਦੀ ਗੁਰੂ ਤਾਂ ਖਬਰ ਦੇ ਰਿਹਾ ਬਸੰਤ ਚੜ੍ਹਿਆ। ਅੱਜ ਦਾ ਸ਼ਬਦ ਹੈ ਬਸੰਤ ਚੜ੍ਹਿਆ। ਬੋਲੋ ਉੱਚੀ ਉੱਚੀ ਬੋਲੋ। ਫੁੱਲੀ ਬਨ ਰਹੇ ਇਹ ਖਬਰ ਦਿੱਤੀ। ਪਿਛਾਰੇ ਚਾਰ ਚੁਫੇਰੇ ਜੰਗਲ ਬੇਲੇ ਸਭ ਕੁਛ ਹਰੇ ਭਰੇ ਹੋਣ ਲੱਗ ਪਏ ਨੇ। ਚੇਤ ਤੱਕ ਜਾਂਦਿਆਂ ਜਾਂਦਿਆਂ ਸਭ ਕੁਛ ਹਰਿਆ ਜਾਣਾ। ਨਵੇਂ ਨਵੇਂ ਪਪੀਏ ਬੋਲਣੇ, ਚਿੜੀਆਂ ਨੇ ਚਿਚ 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 ਇਹਨਾਂ 'ਚ ਕਰਨਾ ਹੈ। ਤੇਰੇ ਅੰਦਰ ਕਿੰਨਾ ਸੁਈਆਂ ਪਾਣਿਆ। ਇੱਥੇ ਚਿਚ 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 ਹੋਈ ਗੁਰੂ 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 ਚਿੜੀ ਬੋਲੀ। ਮਰਿਆ ਨਾ ਜਾ, ਮਰਿਆ ਨਾ ਰਹੋ, ਜਿਉਂਦਾ ਹੋ। ਇਨ ਬਿਦ ਇਹ ਮਨ ਹਰਿਆ ਹੋਏ। ਉਹ ਤਰੀਕਾ ਲੱਭ। ਬਸੰਤ ਦੇ ਵਿੱਚ ਨਿੱਕੀਆਂ ਨਿੱਕੀਆਂ ਚਿੜੀਆਂ ਵੇਖੋ ਅੱਜ ਚੁੱਪ ਹੋਈਆਂ। ਹੁਣ ਤੁਸੀਂ ਸਵੇਰੇ ਸਵੇਰੇ ਕਿਸੇ ਜੰਗਲ ਜਾਓਗੇ ਇੰਨੀ ਆਵਾਜ਼ ਨਹੀਂ ਆਉਂਦੀ। ਥੋੜ੍ਹੇ ਦਿਨਾਂ ਨੂੰ ਹੀਟ ਆਉਣੀ, ਥੋੜ੍ਹੇ ਦਿਨਾਂ ਨੂੰ ਹੀਟ ਆਉਣੀ। ਦਰਖਤਾਂ ਵੀ ਮਹਿਸੂਸ ਕਰਨਾ ਤੇ ਜਾਨਵਰਾਂ ਵੀ ਮਹਿਸੂਸ ਕਰਨਾ। ਬੋਲਣਾ ਹੈ ਉਹਨਾਂ ਨੇ ਚਿਚ 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 ਚਿਚ। ਦਿੱਲੀ ਦੇ ਲੋਕ, ਮੈਂ ਬੰਗਲਾ ਸਾਹਿਬ ਕਥਾ ਕਰਨ ਗਿਆ, ਆਖੋ ਵਾਹਿਗੁਰੂ। ਤੇ ਮੈਂ ਉਹਨੂੰ ਪੁੱਛਿਆ ਕਦੀ ਤਿੱਤਰ ਦੀ ਆਵਾਜ਼ ਸੁਣੀ? ਕਦੀ ਚਿੜੀਆਂ ਦੀ ਆਵਾਜ਼ ਸੁਣੀ? ਕਦੀ ਬਟੇਰਿਆਂ ਦੀ ਆਵਾਜ਼ ਸੁਣੀ? ਕਦੀ ਤੋਤਿਆਂ ਦੀ ਆਵਾਜ਼ ਸੁਣੀ? ਤੇ ਰੋਈ ਸੀ ਇੱਕ ਆਤਮਾ, ਸਰਬਜੀਤ ਸਿੰਘ ਨਾਮ ਸੀ ਉਹਦਾ। ਉਹ ਕਹਿੰਦੇ ਅਸੀਂ ਤਾਂ ਪੱਥਰਾਂ 'ਚ ਹੀ ਬੰਦ ਹੋ ਗਏ, ਪੱਥਰਾਂ ਦੀਆਂ ਕੋਠੀਆਂ 'ਚ ਹੀ ਜ਼ਿੰਦਗੀ ਗੁਜ਼ਾਰਤੀ।
ਇੰਨਾ ਨੇਚਰ ਨਾਲੋਂ ਟੁੱਟੇ ਅਸੀਂ ਕਦੀ ਚਿੜੀ ਦੀ ਆਵਾਜ਼ ਹੀ ਨਹੀਂ ਸੁਣੀ, ਕਾਵਾਂ ਦੀ ਆਵਾਜ਼ ਹੀ ਨਹੀਂ ਸੁਣੀ। ਦਿੱਲੀ 'ਚ ਕਿੱਥੇ ਕਾਵਾਂ ਦੀ ਆਵਾਜ਼, ਦਿੱਲੀ ਤੋਂ ਅੱਗੇ ਬੰਬੇ ਵਿੱਚ ਕਿੱਥੇ ਕਾਵਾਂ ਦੀ, ਚਿੜੀਆਂ ਦੀ ਆਵਾਜ਼ ਕਿੱਥੋਂ ਹੋਣੀ? ਜੇ ਆਉਂਦੀ ਵੀ ਹੋਈ ਤਾਂ ਕਿਸੇ ਕੋਲ ਵੇਲ ਕਿੱਥੇ ਹੈ ਸੁਣਨ ਦਾ? ਪਤਾ ਲੱਗ ਗਿਆ। ਮਹਾਰਾਜ ਪਾਤਸ਼ਾਹ ਕਹਿੰਦੇ ਬਸੰਤ ਚੜ੍ਹਿਆ ਅਤੇ ਉਹਦੀ ਅਸੀਸ ਨਾਲ ਫੂਲੀ, ਉੱਚੀ ਬੋਲਿਆ ਕਰੋ, ਫੂਲੀ ਬਨਰਾਜ ਦਾ ਅਰਥ ਸਮਝ ਲਓਗੇ, ਜੰਗਲ ਬੇਲੇ ਸਭ ਕੁਛ ਹਰਿਆ ਹੋ ਗਿਆ। ਮਹਾਰਾਜ ਆ ਜਿਹੜੇ ਨੇ ਫਿਰ ਇਹ ਕਿਸ ਤਰ੍ਹਾਂ ਹਰੇ ਹੋਣਗੇ? ਇਹ ਜੀ ਜੰਤ ਫੂਲੇ ਹਰ ਚਿੱਤ ਲਾਏ, ਇਹ ਫੁੱਲਣਗੇ ਜਦੋਂ ਵਾਹਿਗੁਰੂ ਵਾਹਿਗੁਰੂ ਸੁਣ ਲਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਨ ਬਿਧ ਉੱਤੇ ਪੜੋ, ਇਸ ਤਰੀਕੇ ਨਾਲ ਇਹਦਾ ਅਰਥ ਹੈ, ਇਨ ਬਿਧ ਇਹ ਮਨ ਹਰਿਆ ਹੋਏ। ਕਿਹੜੇ ਤਰੀਕੇ ਨਾਲ? ਵਾਹਿਗੁਰੂ ਵਾਹਿਗੁਰੂ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਨ ਬਿਧ ਸਾਰੇ ਗਾਇਆ ਕਰੋ, ਇਨ ਬਿਧ ਕਿਹੜੇ ਤਰੀਕੇ ਨਾਲ ਜੀ? ਹਰ ਹਰ ਨਾਮ ਜਪੈ ਦਿਨ ਰਾਤੀ, ਹਰ ਹਰ ਇਨ ਬਿਧ ਏ ਮਨ ਹਰਿਆ ਹੋਏ। ਇਨ ਬਿਧ ਕਿਹੜੇ ਤਰੀਕੇ ਨਾਲ ਜੀ? ਹਰ ਹਰ ਨਾਮ ਜਪੇ ਦਿਨ ਰਾਤੀ, ਹਰ ਹਰ। ਤੇ ਬਿਮਾਰੀ ਦੱਸੀ ਜਿਹਦੇ ਨਾਲ ਸੁੱਕ ਗਿਆ ਸੀ, ਜਿਹਦੇ ਨਾਲ ਉਹ ਸੀ ਹਉਮੈ। ਬਿਮਾਰੀ ਕੀ ਲੱਗੀ ਸੀ? ਸੁੱਕਣ ਦੀ। ਨਹੀਂ ਤੇ ਜੋਤ ਸਰੂਪ ਵਾਹਿਗੁਰੂ ਦਾ ਸਰੂਪ ਹੈ, ਬੰਦਾ ਸੁੱਕੇ ਕਿਉਂ? ਕੀ ਆ ਗਈ? ਪਾਠ ਕੀਤਾ ਤੇ ਹਉਮੈ, ਗੱਲ ਕੀਤੀ ਤੇ ਹਉਮੈ। ਵੇਖਿਆ ਮੂੰਹ ਸਵਾਰ ਸਵਾਰ ਕੇ ਲੋਕੀ ਗੱਲਾਂ ਕਰਦੇ, ਪਕੜਨ ਜੀ ਨਹੀਂ ਲੱਗਦਾ। ਇੱਥੇ ਦੇ ਵਚਨ ਆ, ਲੋਕੀ ਗੱਲ ਕਰਦੇ ਵੀ, ਬੁੱਲ ਵੀ, ਨੱਕ ਵੀ, ਅੱਖਾਂ ਵੀ ਫੇਰ ਕੇ। ਮੈਂ ਬੋਲ ਰਿਹਾ ਨਾ ਵਿੱਚ, ਸਾਧੂ ਦੀ ਬੋਲਣੀ 'ਚ ਤੇ ਮੇਰੀ ਬੋਲਣੀ 'ਚ ਇੰਨਾ ਹੀ ਫਰਕ ਆ। ਜਿਮ ਜਿਮ ਕਹੀ ਤਿਵੇਂ ਤਿਮ ਕਹੂੰ, ਮਿਰਤ ਲੋਕ ਤੇ ਮੌਨ ਨਾ ਰਹੂੰ। ਇਹ ਸਾਧੂ ਦੀ ਬੋਲ ਆ। ਬੀਬੀ ਟੇਪ ਰਿਕਾਰਡ ਹੋ ਰਿਹਾ ਕਥਾ ਦੇ ਵਿੱਚ, ਬਾਸੀਆਂ ਜਿਹੜੀਆਂ ਲੈਂਦੇ ਹੋ। ਆਖੋ ਵਾਹਿਗੁਰੂ, ਗੱਜ ਬੋਲੋ। ਇਹ ਸਾਧੂ ਦੇ ਬੋਲ ਨੇ। ਜਿਸ ਤਰ੍ਹਾਂ ਮੈਨੂੰ ਉਹਨੇ ਜਿਉਂ ਬੁਲਾਵੋ, ਇਹ ਸਾਧੂ ਦੇ ਬੋਲ ਨੇ। ਗੱਲ ਅਸੀਂ ਵੀ ਉਹੋ ਹੀ ਕਰਦੇ ਹਾਂ, ਕਥਾ ਮੈਂ ਵੀ ਉਹੀ ਕਰਦਾ ਜਿਹੜੀ ਕਥਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ। ਬੋਲਣ ਵਿੱਚ ਫਰਕ ਪੈ ਗਿਆ, ਨਹੀਂ ਪਤਾ ਲੱਗਾ। ਬੋਲਣ ਵਿੱਚ ਆਪਾ ਜਾਣ ਕੇ ਮੇਰਾ ਮੂੰਹ ਨਾ ਇਸ ਤਰ੍ਹਾਂ ਦਾ ਰਹਿ ਜਾਏ, ਮੇਰੇ ਬੋਲ ਨੂੰ ਲੋਕ ਇਸ ਤਰ੍ਹਾਂ ਨਾ ਆਖਣ। ਅੰਦਰ ਤੇ ਰੋਲ ਸ਼ੋਰ ਹੀ ਪੈ ਰਿਹਾ ਨਾ। ਤੁਸੀਂ ਬੈਠੇ ਸੁਣਦੇ ਸੁਣਦੇ ਵੀ ਪਤਾ ਨਹੀਂ ਕੀ ਗੱਲਾਂ ਕਰ ਰਹੇ ਹੋ। ਉਹ ਆਂਦਾ ਸੀ ਜਿਉਂ ਬੁਲਾਓ ਜਿਸ ਤਰ੍ਹਾਂ ਦਾ ਮੈਂ ਹੈਗਾ, ਤਿਉਂ ਨਾਨਕ ਦਾਸ ਬੋਲੇ। ਇਹਦੇ 'ਚ ਤੇ ਮੇਰੇ 'ਚ ਬਹੁਤ ਫਰਕ ਆ। ਆਖੋ ਵਾਹਿਗੁਰੂ। ਹਰ ਹਰ ਨਾਮ ਜਪੈ ਦਿਨ ਰਾਤੀ, ਗੁਰਮੁਖ ਹਉਮੈ ਕੱਢੇ ਧੋਏ। ਗੁਰਮੁਖ ਰਾਮ ਨਾਮ ਰਾਤ ਦਿਨ ਜਪਦਾ ਤੇ ਬੜੇ ਸੋਹਣੇ ਬਚਨ ਵਿੱਚ ਗੱਗੇ ਦੇ ਔਂਕੜ ਰਾਰਾ, ਮੰਮੇ ਦੇ ਔਂਕੜ ਤੇ ਖੱਖੇ ਨੂੰ ਸਿਆਰੀ, ਇੱਕ ਇੱਕ ਚੀਜ਼ ਨੂੰ ਲੱਭਣਾ। ਗੁਰਮੁਖ ਅਰਥ ਨਹੀਂ ਗਾ ਇੱਥੇ, ਗੁਰੂ ਦੀ ਮੱਤ ਰਾਹੀਂ, ਗੁਰੂ ਦੀ ਮੱਤ ਰਾਹੀਂ। ਇੱਥੇ ਗੁਰਮੁਖ ਵਿੱਚ ਤੇ ਮੈਲ ਹੁੰਦੀ ਨਹੀਂ। ਜੇ ਗੁਰਮੁਖ ਅਰਥ ਕਰੀਏ ਤੇ ਗੁਰਮੁਖ ਕਾਹਦਾ ਜਿਹਦੇ 'ਚ ਹਉਮੈ ਆ? ਅਰਥ ਕੋਈ ਹੋਰ ਆ। ਅਰਥ ਆ ਗੁਰੂ ਦੀ ਮੱਤ। ਗੁਰੂ ਦੀ ਮੱਤ ਨਾਲ ਜਪ ਕੇ ਅੰਦਰਲੀ ਮੈਲ ਸਾਰੀ
ਕੱਢ ਦਿੰਦੇ ਨੇ। ਆਖੋ ਵਾਹਿਗੁਰੂ। ਪਤਾ ਪਕੜ 'ਚ ਆ ਗਿਆ। ਜੇ ਸਿੱਧਾ ਗੁਰਮੁਖ ਅਰਥ ਹੁੰਦਾ ਤੇ ਫਿਰ ਤੇ ਅਰਥ ਹੀ ਅਨਰਥ ਹੋ ਜਾਣਾ ਸੀ। ਗੁਰੂ ਨੇ ਬਾਣੀ 1430 ਅੰਗ ਲਿਖਦਿਆਂ ਇੱਕ ਸੂਈ ਦੇ ਨੱਕੇ ਜਿੰਨੀ ਵੀ ਗਲਤੀ ਨਹੀਂ। ਕੋਈ ਬੰਦਾ ਚੈਲੰਜ ਨਹੀਂ ਕਰ ਸਕਦਾ ਇਹਨੂੰ। ਅੰਦਰੋਂ ਧੁਰ ਤੋਂ ਆਈ ਹੈ ਨਾ, ਆਪ ਥੋੜ੍ਹੀ ਬੋਲੀ ਆ। ਆਪ ਬੋਲੀ ਹੁੰਦੀ ਤੇ ਬੰਦਾ ਬੋਲਣ ਵਿੱਚ ਵੇਖੋ, ਜੇ ਮੈਨੂੰ ਫੜਨ ਵਾਲਾ ਤੁਹਾਡੇ 'ਚ ਕੋਈ ਗਿਆਨੀ ਹੋਵੇ ਨਾ, ਤੇ ਪਤਾ ਨਹੀਂ ਮੈਂ ਕਥਾ ਕਰਦਾ ਕਿੰਨੀਆਂ ਗਲਤੀਆਂ ਕਰ ਗਿਆ। ਇਹਨੂੰ ਤੇ ਪਤਾ ਨਹੀਂ ਕਿੰਨੇ ਕਿੰਨੇ ਪੜ੍ਹਨਾ ਸੀ। ਦੇਵੀ ਦੇਵਤਿਆਂ ਪੀਰਾਂ ਪਕੰਬਰਾਂ ਨੇ ਬਾਣੀ ਸੁਣਨੀ ਸੀ ਤੇ ਗੁਰੂ ਨੇ ਲਾਗ ਮਾਤਰ ਔਂਕੜ ਬਿੰਦੀ ਸਭ ਥਾਂ ਜਿੱਥੇ ਲਾਈ ਜ਼ਰੂਰਤ ਸੀ ਉੱਥੇ ਲਾਈ। ਆਖੋ ਵਾਹਿਗੁਰੂ। ਗੁਰਮੁਖ ਦਾ ਮਤਲਬ ਗੁਰੂ ਦੀ ਮੱਤ ਨਾਲ ਹੀ ਨਾਮ ਜਪਿਆ। ਗੁਰੂ ਦੀ ਸਤਿਗੁਰ ਬਾਣੀ ਸ਼ਬਦ ਸੁਣਾਏ। ਸਤਿਗੁਰੂ ਦੀ ਬਾਣੀ ਕੀ ਸੁਣਾਉਂਦੀ ਆ? ਸਤਿਗੁਰ ਦੀ ਬਾਣੀ ਸਾਰਾ ਕੁਝ ਕੀ ਕਹਿੰਦੇ? ਸ਼ਬਦ ਦਾ ਜਾਪ ਕਰੋ, ਸ਼ਬਦ ਦਾ ਜਾਪ ਕਰੋ। ਕੀ ਕਹਿੰਦੇ? ਇੱਕ ਥਾਂ ਵੀ ਲਿਖਿਆ ਗੁਰਬਾਣੀ ਵਿੱਚ ਬੰਦੇ ਦਾ ਜਾਪ ਕਰੋ। ਸਗੋਂ ਆਖਿਆ ਮਨੁੱਖ ਕੀ ਟੇਕ। ਫਿਰ ਬੋਲੋ, ਦੇਵਨ ਕੋ ਜਿਸ ਕੇ ਦੀਏ ਮੰਗ ਹਾਂ ਕਿਤੇ ਇਹਦੇ ਕੋਲੋਂ ਤੇ ਰੱਜ ਜਾਏਗਾ। ਭੁੱਖੇ ਨੇ ਤੈਨੂੰ ਕੀ ਦੇਣਾ ਹੈ? ਬੰਦਾ ਦਊ ਵੀ ਤੇ ਉਹਦੇ ਕੋਲ 4 ਸੇਬ ਪਏ ਹੋਏ ਨਾ ਤੇ ਉਹਨੇ ਚਾਰੇ ਨਹੀਂ ਤੈਨੂੰ ਦੇਣੇ। ਇਹਦੇ ਕੋਲ 4 ਪੁੱਤ ਸੀ, ਇਹਨੇ ਚਾਰੇ ਹੀ ਦੇ ਦਿੱਤੇ ਤੈਨੂੰ। ਬੰਦੇ 'ਚ ਤੇ ਇਹਦੇ 'ਚ ਇੰਨਾ ਹੀ ਫਰਕ ਹੈ। ਤੇਰੇ ਕੋਲ 4 ਸੇਬ ਕਿਸੇ ਇਨਸਾਨ ਕੋਲ ਪਏ ਹੋਣ, 4 ਲੱਡੂ ਪਏ ਹੋਣ, ਉਹ 3 ਦੇ ਦੂ, ਇੱਕ ਆਪਣੇ ਲਈ ਰੱਖ ਲੂ। ਆਖੋ ਵਾਹਿਗੁਰੂ। ਉਹਨੇ ਹਾਲੀ ਵੀ ਨਹੀਂ ਪਤਾ ਲੱਗਦਾ ਵੀ ਭਰੋਸਾ ਕਿੱਥੇ ਕਰਨਾ। ਆਖੋ ਵਾਹਿਗੁਰੂ। ਸਤਿਗੁਰ ਬਾਣੀ ਸ਼ਬਦ ਸੁਣਾਏ, ਇਹ ਜਗ ਹਰਿਆ ਸਤਿਗੁਰ ਭਾਏ। ਇਹ ਜਗ ਹਰਿਆ ਹੋਊਗਾ ਸਤਿਗੁਰੂ ਦੀ ਮਰਿਆਦਾ ਵਿੱਚ ਰਹਿ ਕੇ ਭਾਏ। ਉਹਨੂੰ ਭਾਊਗਾ ਤੇ ਪਤਾ ਲੱਗਾ। ਸੋ ਸਿੱਖ ਸਖਾ ਜੇ ਗੁਰ ਕੇ ਭਾਣੇ ਭਾਏ। ਪਕੜ ਰਹੇ ਹੋ? ਜਦੋਂ ਭਾਏ ਬਣੇ ਆਹ ਬੰਦਾ ਮੈਨੂੰ ਭਾਉਂਦਾ ਹੀ ਨਹੀਂ, ਉਹਨੂੰ ਕੋਲ ਕਿਸ ਤਰ੍ਹਾਂ ਭਾਓਗੇ? ਹਰਿਆ ਉਦਣ ਹੋਊਗਾ ਜਦੋਂ ਗੁਰੂ ਨੂੰ ਚੰਗਾ ਲੱਗੂ ਤੇ ਗੁਰੂ ਇਹਦਾ ਚੌਂਕੜਾ ਮਰਵਾ ਲੂ। ਆਪਣੀ ਗੋਦ ਵਿੱਚ ਇੱਥੇ ਬਾਲ ਕੇ ਇਹਦਾ ਚੌਂਕੜਾ ਮਰਵਾ ਲੂ ਤੇ ਹਰਿਆ ਹੋ ਜੂ। ਅੱਗੇ ਸੋਹਣੇ ਬਚਨ। ਫਲ ਫੂਲ ਲਾਗੇ ਜਾਂ ਆਪੇ ਲਾਏ। ਫਲ ਤੇ ਫੁੱਲ ਕਿਸੇ ਬੂਟੇ ਨੂੰ ਉਦੋਂ ਲੱਗਦੇ ਨੇ ਜਦੋਂ ਆਪ ਲਾਵੇ। ਤੇ ਜਿੱਦਣ ਆਪ ਲਾਉਣ ਦੀ ਘੜੀ ਆਈ ਨਾ, ਪਹਿਲੋਂ ਬੂਟੇ ਨੂੰ ਆਪ ਨਾਲ ਗਲਵੱਕੜੀ ਪਾਉਣੀ ਪੈਣੀ ਆ। ਨਹੀਂ ਅਜੇ ਨਹੀਂ। ਬੂਟੇ ਨੂੰ ਮਤਲਬ ਧਰਤੀ 'ਚ ਗੱਡਣਾ ਪੈਣਾ ਬੂਟੇ ਨੂੰ। ਧਰਤੀ ਨੂੰ ਆਪ ਕਹਿ ਲਓ 1 ਮਿੰਟ ਲਈ। ਆਖੋ ਵਾਹਿਗੁਰੂ। ਕਿਹਨੂੰ? ਆਪ ਕਹਿ ਲਓ। ਬੂਟਾ ਗੱਡਤਾ ਵਿੱਚ। ਹੁਣ ਬੂਟੇ ਦੀ ਜ਼ਿੰਮੇਵਾਰੀ ਨਹੀਂ, ਹੁਣ ਧਰਤੀ ਦੀ ਜ਼ਿੰਮੇਵਾਰੀ। ਕਮਾਲ ਦੀ ਗੱਲ ਆ। ਕਿਤੇ ਵੀ ਸਮਾਧ ਹੋ ਕੇ ਵੇਖਿਓ, ਧਰਤੀ ਵਿੱਚ ਹੀ ਇਸ ਤਰ੍ਹਾਂ ਦੇ ਫਲ ਲੱਗਦੇ ਜਿਹੜੇ ਖੱਟੇ ਨੇ। ਧਰਤੀ 'ਚ ਇਸ ਤਰ੍ਹਾਂ ਦੀਆਂ ਚੀਜ਼ਾਂ ਉੱਗਦੀਆਂ ਜਿਹੜੀਆਂ ਕੌੜੀਆਂ ਨੇ। ਧਰਤੀ 'ਚ ਇਹੋ ਜਿਹੀਆਂ ਚੀਜ਼ਾਂ ਉੱਗਦੀਆਂ ਜਿਹੜੀਆਂ ਮਿੱਠੀਆਂ ਰਸ ਨਾਲ ਭਰੀਆਂ। ਧਰਤੀ ਕੀ ਹੈ? ਸਤਿਗੁਰੂ। ਬੋਲੋ ਭਲਾ, ਉੱਚੀ ਬੋਲੋ। ਕੀ ਹੈ ਧਰਤੀ? ਤੇ ਜਿਸ ਤਰ੍ਹਾਂ ਧਰਤੀ ਨਾਲ ਪਲਾਂਟ ਲੱਗ ਗਿਆ ਹੈ ਤੇ ਧਰਤੀ ਦੀ ਜ਼ਿੰਮੇਵਾਰੀ ਵੱਡਾ ਕਰਕੇ ਤੇ ਉਹਨੂੰ ਫਲ ਲਾਉਣੇ। ਜਿਹੜਾ ਸਿੱਖ ਗੁਰੂ ਨਾਲ ਜੁੜ ਗਿਆ ਹੈ, ਬੋਲੋ ਭਲਾ ਮੈਂ ਕੀ ਕਿਹਾ? ਉਹਦੀ ਹੁਣ ਗੁਰੂ ਦੀ ਜ਼ਿੰਮੇਵਾਰੀ ਆ। ਫਲ ਫੁੱਲ ਲਾਗੇ ਜਾਂ ਆਪੇ ਲਾਏ। ਜਦੋਂ ਤੂੰ ਵਿੱਚ ਲੱਗੇਗਾ ਹੀ ਨਹੀਂ ਗੁਰੂ ਨਾਲ ਤੇ ਅਜੇ ਤੂੰ ਜੁੜਿਆ ਹੀ ਨਹੀਂ। ਆਖੋ ਵਾਹਿਗੁਰੂ। ਮੂਲ ਲੱਗੇ। ਆਖਿਆ ਜੀ ਗੁਰੂ ਨਾਲ ਕਿਸ ਤਰ੍ਹਾਂ ਜੁੜਾਂ? ਆਖੋ ਵਾਹਿਗੁਰੂ। ਗੁਰੂ ਨਾਲ ਫਿਰ ਅੱਗੇ ਕੁਐਸਚਨ ਹੈ, ਗੁਰੂ ਨਾਲ ਕਿਸ ਤਰ੍ਹਾਂ? ਕਹਿੰਦੇ ਮੂਲ ਨਾਲ ਜੁੜ ਜਾ, ਗੁਰੂ ਆਪੇ ਮਿਲ ਜੂ। ਤੂੰ ਕਹਿ ਮੈਂ ਅਕਾਲ ਪੁਰਖ ਤੋਂ ਬਿਨਾਂ ਕਿਸੇ ਦੀ ਪੂਜਾ ਨਹੀਂ ਕਰਨੀ ਤੇ ਤੈਨੂੰ ਗੁਰੂ ਆਪੇ ਮਿਲ ਜੂ ਜਿੱਦਣ ਕੋਈ ਮੂਲ ਲੱਗਦਾ ਹੈ। ਅਸੀਂ ਕੀ ਲੱਗੇ ਹਾਂ? ਡਾਲੀਆਂ ਨਾਲ। ਇੱਕ ਦਰਖਤ ਨਾਲ ਦਰਖਤ ਦੀ ਜੜ੍ਹ ਨਾਲ ਜੁੜਨਾ, ਇੱਕ ਦਰਖਤ ਦੇ ਪੱਤਿਆਂ ਨਾਲ ਜੁੜਨਾ। ਪੱਤੇ ਟੁੱਟ ਵੀ ਜਾਂਦੇ ਆ, ਪੱਤੇ ਸੁੱਕ ਵੀ ਜਾਂਦੇ ਆ, ਜੜ੍ਹ ਫੇਰ ਹਰੀ ਰਹਿੰਦੀ। ਅਕਾਲ ਪੁਰਖ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ। ਉੱਚੀ ਬੋਲੋ। ਇਹ ਕੀ ਆ? ਮੂਲ।
आखो वाहिगुरू। पकड़ रहे? जड़ की है? मूल। हुण बाणी ने इस तरह लिखता मेरे सरकार ने, एक मूल लगे, एक लोकी जड़ ना जुड़ गए। जड़ की है? आद सच, जुगाद सच, है भी सच। उत्थे लिखिया तिनी सुख पाया। ਜਿਹੜੇ ਜੜ ਨਾਲ ਜੁੜੇ ਉਹਨਾਂ ਨੂੰ ਡਰਨ ਦੀ ਜ਼ਰੂਰਤ ਨਹੀਂ। ਪੌਦਾ ਸੁੱਕਦਾ ਹੈ, ਜੜ ਨਹੀਂ ਸੁੱਕਦੀ। ਤੇ ਆਹ ਦੁਨਿਆਵੀ ਦਰਖਤਾਂ ਦੀ ਜੜ ਨੂੰ ਕੀੜਾ ਲੱਗ ਜਾਂਦਾ ਹੈ, ਚੂਹਾ ਟੁੱਕ ਦਿੰਦਾ ਹੈ, ਇਹਨੂੰ ਤੇ ਕੋਈ ਟੁੱਕ ਹੀ ਨਹੀਂ ਸਕਦਾ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ, ਉਹ ਅਬਿਨਾਸੀ ਪੁਰਖ ਹੈ, ਸਭ ਮੇ ਰਿਹਾ। ਤੇ ਉਹਦੀ ਜੜ ਸਾਰਿਆਂ ਦੇ ਅੰਦਰ ਵੀ ਹੈਗੀ, ਇਹ ਵੀ ਨੋਟ ਕਰਿਓ। ਮੂਲ ਤੁਹਾਡੇ ਅੰਦਰ ਸਾਰਿਆਂ ਦੇ ਹੈਗਾ ਹੈ, ਸੱਚ ਤੁਹਾਡੇ ਅੰਦਰ ਸਾਰਿਆਂ ਦੇ ਹੈਗਾ। ਬਸ ਕਹਾਣੀ ਆ, ਮੂਲ ਲੱਗੇ ਤਿਨੀ ਸੁਖ ਪਾਇਆ। ਅੱਗੇ ਲਿਖਤਾ ਜੇ ਡਾਲੀ ਲਾਗੇ, ਇਹ ਤੇ ਸੁੱਖ ਹੀ ਆ, ਸਮਝ ਲੋਗੇ। ਦਰਖਤ ਦੀ ਜੜ ਨਾਲ ਜਿਹੜੇ ਜੁੜੇ ਉਹਨਾਂ ਸੁਖ ਪਾਇਆ, ਜਿਹੜੇ ਡਾਲਾਂ ਨਾਲ ਜੁੜੇ ਤਿਨੀ ਜਨਮ ਗਵਾਇਆ। ਤਿਨੀ ਮੂਲ ਲੱਗੇ, ਮਨਦੀਪ ਸਪੈਟ ਹੋ ਗਿਆ। ਮੂਲ ਲੱਗੇ ਤਾਂ ਸਤਿਗੁਰ ਪਾਏ। ਜਿਹੜੇ ਜੜ ਨਾਲ ਲੱਗਣਗੇ ਉਹ ਆਖਣਗੇ ਸਤਿਗੁਰੂ ਚਾਹੀਦਾ ਹੈ ਜ਼ਿੰਦਗੀ 'ਚ, ਸਤਿਗੁਰੂ ਚਾਹੀਦਾ ਹੈ। ਜਿਨ੍ਹਾਂ ਦੀ ਸੁਰਤ ਮੂਲ ਨਾਲ ਜੁੜੀ, ਉਹਨਾਂ ਦੀ ਆਵਾਜ਼ ਬਾਬੇ ਅਮਰਦਾਸ ਦੇ ਅੰਦਰ ਕਿਤੇ ਸੱਚ ਸੀ। ਤੇ ਰੂਹ ਨੇ ਆਖਿਆ ਜਿੰਨਾ ਚਿਰ ਗੁਰੂ ਨਹੀਂ ਉਹਨਾਂ ਚਿਰ ਛੁਟਕਾਰਾ ਵੀ ਨਹੀਂ। ਆਖੋ ਵਾਹਿਗੁਰੂ। ਤੇ ਬਜ਼ੁਰਗ ਅਵਸਥਾ ਵਿੱਚ ਦਾੜਾ ਹੱਥ 'ਚ ਫੜ ਕੇ ਆ ਗਿਆ। ਉਹ ਭਲਿਆ ਪੁਰਸ਼ਾ, ਇੰਨਾ ਬਜ਼ੁਰਗ ਹੈ, ਇੰਨਾ ਭਲਾ ਲੱਗਦਾ ਹੈ, ਇਸ ਤਰ੍ਹਾਂ ਆਜਜ਼ੀ ਨਾਲ ਕੀ ਹੈ, ਇਸ ਤਰ੍ਹਾਂ ਕਿਉਂ ਆਇਆ ਹੈ? ਤੇ ਬਾਬੇ ਅਮਰਦਾਸ ਦੀ ਸਿੱਧੇ ਹੋ ਜਾਓ ਜੀ। ਬਾਬੇ ਅਮਰਦਾਸ ਦੀ ਆਤਮਾ ਨੇ ਆਖਿਆ ਮੇਰੇ ਕੋਲ ਸਭ ਕੁਛ ਹੈਗਾ, ਗੁਰੂ ਨਹੀਂ। ਮੂਲ ਲੱਗੇ ਤਾਂ ਸਤਿਗੁਰ ਪਾਏ। ਆਪ ਬਸੰਤ, ਉਹ ਵਾਹਿਗੁਰੂ ਆਪ ਰੱਬ ਹੀ ਬਸੰਤ ਆ। ਜਿਨ੍ਹਾਂ ਦੀ ਜ਼ਿੰਦਗੀ 'ਚ ਬਸੰਤ ਦੀ ਰੁੱਤ ਆ ਗਈ, ਸਮਝ ਲਓ ਰੱਬ ਆ ਗਿਆ। ਜਿਹੜੇ ਹਰੇ ਭਰੇ ਹੋ ਗਏ, ਇੱਧਰ ਵੇਖੋ, ਜਿਹੜੇ ਸਮਝ ਲਓ ਇਹਦੀ ਜ਼ਿੰਦਗੀ 'ਚ ਬਸੰਤ ਆ ਗਈ। ਹਰੇ ਭਰੇ ਹੋਣ ਦੀ ਕੀ ਕਹਾਣੀ ਆ? ਬਸੰਤ ਦੀ ਰੁੱਤ। ਤੇ ਜਿਹੜੇ ਆਹ ਤੁਹਾਡੇ 'ਚੋਂ ਹਰੇ ਭਰੇ ਹੋ ਗਏ, ਜਿਨ੍ਹਾਂ ਦੇ ਅੰਦਰ ਹਰਿਆਪਨ ਆ ਗਿਆ, ਸਮਝ ਲਓ ਇਹਨਾਂ ਨੂੰ ਰੱਬ ਮਿਲ ਗਿਆ। ਆਪ ਬਸੰਤ ਜਗਤ ਸਭ ਵਾੜੀ, ਇੱਕ ਬਗੀਚੀ ਆ। ਆਹ ਦੁਨੀਆ ਸਾਰੀ ਇੱਕ। ਤੇ ਆਪ ਵਾਹਿਗੁਰੂ ਇਹਨਾਂ ਦੇ ਵਿੱਚੋਂ ਉਹ ਹਰੇ ਭਰੇ ਹੋਣੇ ਆ ਜਿਨ੍ਹਾਂ ਦੀ ਜ਼ਿੰਦਗੀ 'ਚ ਬਸੰਤ ਆ ਗਿਆ। ਪਤਾ ਲੱਗਾ ਜੀ ਕੀ ਆ ਗਿਆ? ਬਸੰਤ ਆ ਗਿਆ। ਆਪ ਬਸੰਤ ਜਗਤ ਸਭ ਵਾੜੀ ਦਾ ਮਤਲਬ ਬਗੀਚੀ। ਬਗੀਚੀ। ਆਖੋ ਵਾਹਿਗੁਰੂ। ਨਾਨਕ ਪੂਰੇ ਭਾਗ ਭਗਤ ਨਿਰਾਲੀ। ਸਾਰੇ ਭਗਤੀ ਕਰਦੇ, ਇੱਕ ਵੱਖਰੀ ਭਗਤੀ ਆਖਿਆ। ਸਾਰੇ ਭਗਤੀ ਕਰਦੇ, ਇੱਕ ਕਿਹੜੀ? ਲੱਭ, ਲੋਭ, ਅਹੰਕਾਰ, ਤਜ, ਆਹ ਭਗਤੀ। ਹੁਣ ਜਦੋਂ ਤ੍ਰਿਸ਼ਨਾ ਹੀ ਕੋਈ ਨਹੀਂ ਤੇ ਫੇਰ ਕਰੋ ਹਾਂ ਭਗਤੀ ਭਲਾ। ਚੌਂਕੜਾ ਵੱਜਿਆ ਹੈ ਤੇ ਮੰਗ ਕੋਈ ਨਹੀਂ। ਆਖੋ ਵਾਹਿਗੁਰੂ। ਕਾਹੂ ਫਲਕੀ ਕਰ ਹਾਂ ਇਸ ਤਰ੍ਹਾਂ ਦੀ ਭਲਾ ਭਗਤੀ ਵੀ ਮੈਂ ਚੌਂਕੜਾ ਮਾਰਿਆ ਜੀ। ਆਖੋ ਵਾਹਿਗੁਰੂ। ਮਗਰ ਇਸ ਚੌਂਕੜੇ ਦੇ ਪਿੱਛੇ ਪਿਤਾ ਜੀ ਮੇਰੀ ਮੰਗ ਕੋਈ ਨਹੀਂ, ਇੱਛਾ ਕੋਈ ਨਹੀਂ ਹੈਗੀ, ਤੇਰੇ ਪਿਆਰ 'ਚ ਮਾਰਿਆ। ਤੁਸੀਂ ਕਿਸੇ ਦੇ ਘਰ ਗਏ ਹੋ, ਆਖੋ ਵਾਹਿਗੁਰੂ। ਤੁਸੀਂ ਕਿਸੇ ਦੇ ਘਰ ਗਏ, ਅਗਲਾ ਪਾਰਕ 'ਚ ਕੁਰਸੀ ਢਾ ਕੇ ਬੈਠਾ, ਲੈਣ ਗਏ ਹੋ ਤੁਸੀਂ ਗੱਡੀ ਉਹਦੀ, ਨਹੀਂ ਪਤਾ ਲੱਗਾ। ਅੱਤਰ ਕੀ ਗੱਲ? ਗੱਡੀ ਚਾਹੀਦੀ ਸੀ ਤੁਹਾਨੂੰ, ਤੁਸੀਂ ਮੰਗਣ ਗਏ ਹੋ, ਉਹਨੇ ਆਖਿਆ ਆਓ ਵੀਰ ਜੀ ਆਓ, ਕਿਤਨਾ ਆਏ ਹੋ? ਜਦੋਂ ਤੁਸੀਂ ਕਿਹਾ ਨਹੀਂ ਕੰਮ ਤੇ ਕੋਈ ਨਹੀਂ, ਮਿਲਣੀ ਐਸਾ ਤੁਹਾਨੂੰ। ਜਿੰਨਾ ਚਿਰ ਤੁਸੀਂ ਗੱਡੀ ਮੰਗੀ ਨਹੀਂ, ਉਹਨਾਂ ਚਿਰ ਉਹਦੇ ਅੰਦਰ ਤੁਹਾਡੇ ਪ੍ਰਤੀ ਅਭਾਵ ਹੋਰ ਹੈ। ਕੋਈ ਪਕੜੀ ਆ ਗੱਲ? ਉਹਨਾਂ ਚਿਰ ਉਹ ਤੁਹਾਨੂੰ ਕਿਸੇ ਹੋਰ ਖੁਸ਼ੀ 'ਚ ਕਹਿ ਰਿਹਾ, ਦੀਪਕ ਚਾਹ ਲਿਆ ਬਈ, ਦੀਪਕ ਲੱਡੂ ਲਿਆ ਬਈ। ਆਖੋ ਵਾਹਿਗੁਰੂ। ਨੌਕਰ ਨੂੰ ਕਹਿ ਰਿਹਾ, ਆਖੋ ਵਾਹਿਗੁਰੂ। ਜਿੰਨਾ ਚਿਰ ਤੁਸੀਂ ਬੋਲੋ ਗੱਡੀ, ਤੇ ਬੈਠਿਆਂ ਬੈਠਿਆਂ ਉੱਧਰੋਂ ਚਾਹ ਆ ਗਈ, ਉੱਧਰੋਂ ਲੱਡੂ ਮੂੰਹ 'ਚ ਪਾ ਲਿਆ, ਤੇ ਉੱਧਰੋਂ ਕਹਿ ਤਾ ਭਾਜੀ ਮੈਨੂੰ ਥੋੜ੍ਹਾ ਚਿਰ 2 ਘੰਟੇ ਤੁਹਾਡੀ ਗੱਡੀ ਚਾਹੀਦੀ ਸੀ। ਸਭ ਪਿਆਰ ਦਾ ਭੋਗ ਪੈ ਗਿਆ। ਇੱਥੇ ਵੀ ਉਤਰਾ ਹੀ ਆਓ ਹਾਂ ਭਲਾ।
ਕਾਹੂ ਫਲ ਕੀ ਵੈਸੇ ਆਏ ਜੀ ਤੁਹਾਨੂੰ ਮਿਲਣਾ। ਕੋਈ ਪਤਾ ਲੱਗਾ ਜੀ? ਮਗਰ ਸਾਰੀ ਦੁਨੀਆ ਤੇ ਮੰਗਣ ਹੀ ਆਉਂਦੀ ਇੱਥੇ, ਮੇਰਾ ਆਹ ਕੰਮ ਕਰ ਦਿਓ ਜੀ, ਮੇਰਾ ਆਹ ਕੰਮ ਕਰ ਦਿਓ, ਮੈਂ ਪਾਤਸ਼ਾਹ ਤੁਹਾਡੀ ਭਗਤੀ ਕਰਦਾ, ਮੇਰਾ ਆਹ ਕੰਮ ਸਵਾਰ ਦਿਓ। ਸੱਜਣੋ ਕਿਤੇ ਉੱਤੇ ਦੀ ਕਹਾਣੀ ਆ ਭਾਈ ਸਾਹਿਬ ਜੀ, ਇਹ ਕਹਾਣੀ ਕਿਤੇ ਮੰਗਾਂ ਤੋਂ ਉੱਤੇ ਦੀ ਆ। ਮੰਗਾਂ ਮੁੰਗਾਂ ਉੱਥੇ ਛੁੱਟ ਜਾਂਦੀਆਂ ਨੇ ਸਾਰੀਆਂ ਜਿੱਦਣ ਕਹਾਣੀ ਸਮਝ ਲੱਗ ਜਾਏ। ਹਾਂ ਤੇਰਾ ਤੂੰ ਮੇਰਾ। ਇੱਕ ਸ਼ਬਦ ਹੋਰ ਜੇ ਬੜਾ ਪਿਆਰਾ, ਜਾਂ ਹਾਂ ਤੇਰਾ, ਬੋਲੋ ਇਹਦਾ ਅਰਥ ਕੀ ਬਣਿਆ? ਜਦੋਂ ਮੈਂ ਆ ਬਹੁਤਾ ਹੀ ਸੋਹਣਾ ਸ਼ਬਦ ਆ, ਵੈਸੇ ਸਾਰੇ ਹੀ ਸੋਹਣੇ। ਜਾਂ ਹਾਂ ਤੇਰਾ, ਜਦੋਂ ਮੈਂ ਤੇਰਾ ਤਾਂ ਸਭ ਕੁਛ ਮੇਰਾ। ਨਹੀਂ ਪਤਾ ਲੱਗਾ? ਜਿਹਨੂੰ ਨਹੀਂ ਸਮਝ ਲੱਗੀ ਮੈਨੂੰ ਹੱਥ ਖੜਾ ਕਰਕੇ ਦੱਸੋ, ਫੇਰ ਸਮਝਾਵਾਂ। ਹੇ ਵਾਹਿਗੁਰੂ, ਜਦੋਂ ਮੈਂ ਤੇਰਾ ਪੁੱਤ ਹਾਂ। ਹੁਣ ਅਜੀਤ ਸਿੰਘ ਉਹਦਾ ਪੁੱਤ ਸੀ, ਤੇ ਅਜੀਤ ਸਿੰਘ ਦੇ ਮਨ 'ਚ ਸੀ ਵੀ ਮੈਂ ਪਿਓ ਕੋਲੋਂ ਵੱਖਰਾ ਹੋ ਕੇ ਵੱਖਰੀ ਕਿਉਂ ਮੰਗਾਂ ਕੋਈ ਚੀਜ਼, ਇਹਦੇ ਘਰ ਜੋ ਕੁਛ ਆ ਉਹ ਮੇਰਾ ਹੀ ਆ ਸਭ ਕੁਛ। ਤੂੰ ਕਹੇ ਨਾ ਇੱਕ ਵਾਰ, ਜਾ ਹਾਂ ਤੇਰਾ ਤਾਂ ਸਭ ਕੁਛ ਮੇਰਾ। ਤੇਰੇ ਘਰ 'ਚ ਜੋ ਪਿਆ ਮੇਰਾ ਹੀ ਹੈ। ਇਸ ਤਰ੍ਹਾਂ ਦਾ ਬਣ ਜਾ। ਇੱਕ ਦੀਵਾਨ ਰਾਤ ਦਾ ਰਹਿ ਗਿਆ, ਆਖੋ ਵਾਹਿਗੁਰੂ, ਫਿਰ ਬੋਲੋ। ਇੱਕ ਸਵੇਰ ਦਾ ਰਹਿ ਗਿਆ। ਇਹਨਾਂ ਦੋਵਾਂ ਦੀਵਾਨਾਂ 'ਚ ਵੀ ਰਸ ਪੀਓ ਆਣ ਕੇ, ਬੜੀ ਕਿਰਪਾ ਹੋਈ। ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਉਹ ਸਮਾਂ ਕਦੀ ਆਵੇ ਇੱਥੇ ਆ ਭੈਣ ਆਉਂਦੀ ਹੁੰਦੀ ਸੀ, ਗੈਲਰੀਆਂ ਭਰੀਆਂ ਹੁੰਦੀਆਂ ਸੀ। ਤੇ ਜਿਹੜੀ ਹੁਣ ਗੱਲ ਗੁਰੂ ਰਾਮਦਾਸ ਪਾਤਸ਼ਾਹ ਰਸਨਾ 'ਤੇ ਬਹਿ ਕੇ ਕਹਿ ਰਿਹਾ, ਇਹਦੇ ਵਪਾਰੀ ਬਹੁਤ ਘੱਟ ਨੇ। ਸਾਖੀਆਂ ਸੁਣਾਵਾਂ ਸੱਚਮੁੱਚ ਫਿਰ ਭੀੜ ਲੱਗ ਜਾਏ। ਆ ਜਾਪ ਕੀਤਿਆਂ ਤੁਹਾਨੂੰ ਪੁੱਤ ਮਿਲੂਗਾ, ਇਹਦੇ ਨਾਲ ਤੁਹਾਡਾ ਕੈਂਸਰ ਹਟੂਗਾ, ਇਹਦੇ ਨਾਲ ਤੁਹਾਡੀ ਸਿਰ ਪੀੜ ਹਟੂਗੀ, ਇਹ ਗੱਲਾਂ ਕਰਨੀਆਂ ਸ਼ੁਰੂ ਕਰ ਦਈਏ, ਫਿਰ ਉਸ ਤਰ੍ਹਾਂ ਭੀੜਾਂ ਲੱਗ ਜਾਣ। ਸਵੇਰੇ ਵੀ ਇਸ ਤਰ੍ਹਾਂ ਭਰਦੀਆਂ ਸੀ ਗੈਲਰੀਆਂ, ਦੁਪਹਿਰੇ ਵੀ ਭਰਦੀਆਂ ਅਤੇ ਸ਼ਾਮ ਨੂੰ ਵੀ ਭਰਦੀਆਂ। ਚੇਤਾ ਜੇ ਕਿ ਨਹੀਂ? ਆ ਭੈਣ ਤਾਂ ਗਵਾਏ ਭਰਦੀਆਂ ਸੀ ਇਸ ਤਰ੍ਹਾਂ। ਹੁਣ ਤਾਂ ਜੋ ਜੋ ਬੂਟਾ ਫਲ ਦੇ ਉੱਤੇ ਆਈ ਜਾਂਦਾ ਹੈ ਅਤੇ ਪੱਤੇ ਵੀ ਗਿਰ ਜਾਂਦੇ ਨੇ, ਡੋਡੀ ਰਹਿ ਜਾਂਦੀ, ਫੁੱਲ ਦੀ ਸੁੰਦਰਤਾ ਜਾਂਦੀ ਰਹਿੰਦੀ ਜਿੱਦਣ ਇਹਦੀ ਡੋਡੀ ਬਣ ਜਾਂਦੀ। ਕੀ ਆਖਿਆ? ਸਾਰਾ ਬੂਟਾ ਬਾਟਾ ਪੱਤੇ ਪੁੱਤੇ ਨਿੱਕੇ ਨਿੱਕੇ ਝੜਨੇ ਸ਼ੁਰੂ ਹੋ ਜਾਂਦੇ ਆ। ਫੁੱਲ ਵੀ ਆਪਣੀਆਂ ਪੱਤੀਆਂ ਝਾੜ ਦਿੰਦਾ ਜਿੱਦਣ ਡੋਡੀ ਬਣਦੀ। ਕਿਤੇ ਸੁਰਤ ਵਿੱਚ ਤੇ ਲਿਆਓ। ਜਿੱਥੇ ਮਸਕੀਨ ਸਾਹਿਬ ਕਹਿੰਦੇ ਸੀ ਭੀੜ ਆ, ਸਮਝ ਲਓ ਉੱਥੇ ਮੂਰਖ ਲੋਕ ਕੱਟੇ ਨੇ, ਜਿਹੜੇ ਮੰਗਣ ਵਾਲੇ ਹੀ ਨੇ। ਆਖੋ ਵਾਹਿਗੁਰੂ। ਜਿੱਥੇ ਭੀੜ ਹਟੀ ਉੱਥੇ ਸਮਝ ਲਓ ਸੱਚ ਦਾ ਵਪਾਰੀ ਆਉਣ ਲੱਗ ਪਿਆ। ਅਤੇ ਮੈਨੂੰ ਖਬਰ ਆ ਵੀ ਐਰਕਾਂ ਜਿੰਨੇ ਤੁਸੀਂ ਆਏ ਹੋ ਸੱਚ ਦਾ ਵਪਾਰ ਕਰਨ ਵਾਲੇ ਹੋ, ਬਸੰਤ ਨਾਲ ਪਿਆਰ ਕਰਨ ਵਾਲੇ ਹੋ। ਬਸੰਤ ਰੁੱਤ ਆ ਗਈ ਆ, ਤੁਸੀਂ ਵੀ ਚਾਰ ਚੁਫੇਰੇ ਵੇਖ ਕੇ ਹਰੇ ਹੋਣ ਦੀ ਕਿਰਿਆ ਕਰੋ। ਹਰੇ ਹੋਈਏ। ਗੁਰੂ ਕਿਰਪਾ ਕਰੇ ਤੁਹਾਨੂੰ ਸਾਰਿਆਂ ਨੂੰ ਕਰੇ। ਤੁਹਾਡੇ ਚਰਨ ਧੂੜ ਦਾ ਸਦਕਾ ਮੈਨੂੰ ਵੀ ਸੁੱਕੇ ਨੂੰ ਸਤਿਗੁਰੂ ਹਰੇ ਭਰੇ ਕਰ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਕਰਦੇ ਬਾਹਰ ਜਾ ਕੇ।